दुख निकंदन। गुर अमरदास हृदय नित त्यावो, हृदय नित त्यावो। श्री गुरु रामदास गुण गावो। श्री अर्जुन विघ्न के नासक, विघ्न के नासक। श्री हरि गोबिंद शुभ सुमत प्रकाशक। श्री हरि राय नमो कर जोरी जी, नमो कर जोरी। श्री हरि कृष्ण मनाए बहोरी। गुरु तेग बहादुर परम कृपाला, परम कृपाला। श्री गुरु गोविंद सिंह विसाला। तरों तरा पार पुन पुन सीसा जी, पुन पुन सीसा। बंदो बार बार जगदीसा। जिसमें अमृत ज्ञान है माणक भगत वैराग। श्री गुरु ग्रंथ साहिब उधद बंदो कर अनुराग। श्री गुरु शब्द कमाए जिन जीते पंच विकार। तिन संतन को वंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। दोहरा गृह चंदू के सुध भई, सतगुर को दुख देत। किसे सिख की सुता थी, पापी नुखा निकेत। गृह चंदू के सुध भई। वाहिगुरु जी का खालसा, वाहिगुरु जी की फतेह। राजान राज, पानान पान, देवान देव, उपमा महान, चौर छतर तख्त दे मालिक। धन सतगुरु साहिब श्री गुरु ग्रंथ साहिब जी महाराज जी की पावन पवित्र गोदी का आनंद मान रही। गुरु सवारी गुरु रूप साध संगत जीओ। सतगुरु पातशाह जी महाराज, धन श्री गुरु अर्जन देव साहिब जी महाराज सच्चे पातशाह जी, तिन्हां दे शहीदी दिवस की याद विच आप सारियां संगतां धन श्री गुरु ग्रंथ साहिब जी महाराज जी के चरना कमलों विखे एकत्रित होए हो। आओ प्यारिओ, जिथे सचखंड श्री हरमंदर साहिब जी, तिन्हां ते ग्रंथी साहिबान सिंह साहिब ज्ञानी सुखजिंदर सिंह जी पासों गुरबाणी गुरमत गुर इतिहास दीयां विचारां आप जी ने सरवण कीतियां ने। उपरंत गुरु के कीर्तनी सिंघां पासों शब्द कीर्तन आप जी ने सरवण किया है। अपने मन बिरतियां नूं टिका के
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਜੋ ਲੜੀਦਾਰ ਇਤਿਹਾਸ ਇਸ ਸਥਾਨ ਤੇ ਕੁਝ ਕੁ ਦਿਨ ਪਹਿਲਾਂ ਪ੍ਰਾਰੰਭ ਕੀਤਾ ਗਿਆ ਸੀ, ਉਸ ਇਤਿਹਾਸ ਨਾਲ ਜੁੜਨ ਦੀ ਆਪਾਂ ਕੋਸ਼ਿਸ਼ ਕਰਨੀ ਹੈ। ਇਕਾਗਰਤਾ, ਅੰਦਰ ਦਾ ਪਿਆਰ, ਸ਼ਰਧਾ, ਅਕੀਦਾ, ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਟਿਕਾਈਏ। ਮੈਂ ਬੇਨਤੀ ਕਰਾਂ, ਕੱਲ ਪਰਸੋਂ ਦੇ ਪ੍ਰਸੰਗ ਅੰਦਰ ਆਪਾਂ ਸਰਵਣ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੰਦੂ ਆਪਣੀ ਹਵੇਲੀ ਵਿੱਚ ਲੈ ਗਿਆ ਹੈ 5 ਸਿੱਖਾਂ ਸਮੇਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਤੋਂ ਵੱਖ ਰੱਖਿਆ ਗਿਆ। ਚੰਦੂ ਨੇ ਆਪਣੇ ਸਿਪਾਹੀਆਂ ਨੂੰ ਤਕਰੀਰ ਦਿੱਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਸਿੱਖਾਂ ਨੂੰ ਕੁਝ ਖਾਣ ਨੂੰ ਨਹੀਂ ਦੇਣਾ, ਕੁਝ ਪੀਣ ਵਾਸਤੇ ਨਹੀਂ ਦੇਣਾ, ਨਾ ਹੀ ਇਹਨਾਂ ਨੂੰ ਆਰਾਮ ਕਰਨ ਦੇਣਾ, ਬਿਰਾਜਣ ਦੇਣਾ ਹੈ। ਸੱਚੇ ਪਾਤਸ਼ਾਹ ਜੀ ਨੂੰ ਸਿਖਰ ਦੁਪਹਿਰੇ, ਇਹ ਦੁਪਹਿਰ ਦੀ ਰੋਸ਼ਨੀ ਵਿੱਚ ਤਪਦੇ ਹੋਏ ਸੂਰਜ ਦੇ ਹੇਠਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬਾਹਰ ਬਿਠਾਇਆ ਗਿਆ। ਪੂਰਾ ਦਿਨ ਇਸ ਤਰ੍ਹਾਂ ਤਸੀਹੇ ਚੰਦੂ ਦੇਈ ਗਿਆ। ਆਖਰਕਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਚੰਦੂ ਅੱਗੇ ਝੁਕੇ ਨਹੀਂ, ਆਪਣੇ ਦੀਨ ਨੂੰ, ਆਪਣੇ ਧਰਮ ਨੂੰ ਛੱਡਿਆ ਨਾ। ਚੰਦੂ ਨੇ ਸੋਚਿਆ ਇਸ ਤੋਂ ਹੋਰ ਸਖਤ ਸਜ਼ਾ ਕਿਹੜੀ ਹੋ ਸਕਦੀ ਹੈ। ਉਸ ਵੇਲੇ ਚੰਦੂ ਪਾਪੀ ਦੇ ਮਨ ਵਿੱਚ ਆਇਆ ਕਿ ਹੁਣ ਉੱਬਲਦੀ ਹੋਈ ਦੇਗ ਦਾ ਇੱਕ ਹੋਰ ਤਸੀਹਾ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੇਣਾ ਹੈ। ਉਧਰੋਂ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਜੀ ਨੂੰ ਚੰਦੂ ਆਪਣੀ ਹਵੇਲੀ ਵਿੱਚ ਕੈਦ ਕਰੀ ਬੈਠਾ ਆ। ਜਦੋਂ ਦਰਵਾਜ਼ਿਆਂ ਸਾਹਮਣੇ ਪਹੁੰਚਦੇ ਆ ਤੇ ਉਦੋਂ ਅੰਦਰ 4 ਜਿਹੜੇ ਸਿੱਖ ਆ ਉਹ ਰਹਿਰਾ ਸਾਹਿਬ ਸੁਣਦੇ ਆ, ਇੱਕ ਸਿੱਖ ਬਾਣੀ ਪੜ੍ਹਦਾ ਪਿਆ ਹੈ। ਉਸ ਵੇਲੇ ਪਹਿਰੇਦਾਰਾਂ ਨੇ ਉਹਨਾਂ ਸਿੱਖਾਂ ਉੱਤੇ ਵੀ ਲਾਠੀਆਂ ਮਾਰੀਆਂ, ਉਹਨਾਂ ਸਿੱਖਾਂ ਨੂੰ ਵੀ ਸੋਟੀਆਂ ਦੇ ਨਾਲ ਮਾਰਿਆ। ਜਿਹੜੇ ਬਾਹਰ ਸਿੱਖ ਇਕੱਤਰ ਹੋਏ ਸੀ ਉਹਨਾਂ ਸਿੱਖਾਂ ਨੂੰ ਵੀ ਉਸ ਥਾਂ ਤੋਂ ਭਜਾ ਲਿਆ। ਉਸ ਤੋਂ ਉਪਰੰਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਤੱਕ ਕੇ ਚੰਦੂ ਨੇ ਇੱਕ ਨਵੀਂ ਵਿਉਂਤਬੰਦੀ ਜਿਹੜੀ ਬੰਨੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿੰਦਾ, ਸਾਡੀ ਈਨ ਮੰਨ ਲਓ। ਮਹਾਰਾਜ ਕਹਿੰਦੇ ਨੇ, ਮਰਦ ਉਹ ਹੈ ਜੋ ਆਪਣੇ ਕਰਾਰਾਂ ਦਾ, ਆਪਣੇ ਕੌਲ, ਆਪਣੇ ਬਚਨਾਂ ਦਾ ਪੱਕਾ ਹੋਵੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਵਿੱਚ ਉਚਾਰ ਗਏ ਨੇ, ਸੂਰਬੀਰ ਬਚਨ ਕੇ ਬਲੀ। ਸੂਰਬੀਰ ਉਹ ਹੈ ਜਿਹਦੀ ਜ਼ੁਬਾਨ ਦੇ ਵਿੱਚ ਬਲ ਹੋਵੇ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਜੋ ਕਰਮਖੰਡ ਵਾਲੇ, ਬਖਸ਼ਿਸ਼ ਵਾਲੇ ਇਸ ਸੰਸਾਰ ਵਿੱਚ ਨੇ, ਉਹਨਾਂ ਦੀ ਬਾਣੀ, ਉਹਨਾਂ ਦੇ ਬਚਨਾਂ ਵਿੱਚ ਜ਼ੋਰ ਹੁੰਦਾ ਆ। ਉਹ ਆਪਣੇ ਬਚਨਾਂ ਤੋਂ ਕਦੇ ਖਿਸਕਦੇ ਨਹੀਂ। ਫਿਰ ਚੰਦੂ ਨੇ ਕੀ ਕੀਤਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇੱਕ ਦੇਗਾ ਮੰਗਾਇਆ ਗਿਆ। ਉਸ ਨੂੰ ਪਾਣੀ ਨਾਲ ਭਰ ਕੇ ਥੱਲਿਓਂ ਗੁਰੂ ਕੇ ਪਿਆਰਿਓ ਅੱਗ ਬਾਲ ਦਿੱਤੀ ਗਈ। ਜਦੋਂ ਪਾਣੀ ਦੀ ਭਾਫ ਜਿਹੜੀ ਆ ਉਹ ਅਸਮਾਨ ਨੂੰ ਛੂਹਣ ਲੱਗੀ, ਉਸ ਵੇਲੇ ਆਪਣੇ ਸਿਪਾਹੀਆਂ ਨੂੰ ਆਖਿਆ, ਸਿਪਾਹੀਓ ਪਕੜੋ ਇਸ ਗੁਰੂ ਅਰਜਨ ਨੂੰ ਤੇ ਇਸ ਨੂੰ ਇਸ ਉਬਲਦੀ ਹੋਈ ਦੇਗ ਦੇ ਵਿੱਚ ਉਬਾਲੋ। ਦੇਖਦੇ ਆ ਇਹਨਾਂ ਦੇ ਬਚਨ ਉਬਲਦੀ ਹੋਈ ਦੇਗ ਵਿੱਚ ਕਿਤਨਾ ਚਿਰ ਇਹ ਬਰਕਰਾਰ ਰਹਿੰਦੇ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਚੰਦੂ ਖਬਰਦਾਰ, ਕੋਈ ਵੀ ਸਿਪਾਹੀ ਸਾਡੇ ਲਾਗੇ ਨਾ ਆਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਉੱਠੇ ਨੇ। ਜਦੋਂ ਉਬਲਦੀ ਹੋਈ ਦੇਗ ਵਿੱਚ ਚੌਂਕੜਾ ਮਾਰਨ ਵਾਸਤੇ ਦੀਨ ਦਿਆਲੂ ਪਾਤਸ਼ਾਹ ਜੀ ਉੱਠੇ, ਉਸ ਵੇਲੇ ਭਾਈ ਪਿਰਾਣਾ ਜੀ ਕੋਲੋਂ ਰਿਹਾ ਨਹੀਂ ਗਿਆ। ਉਹਨੇ ਆਪਣੀਆਂ ਰੱਸੀਆਂ ਤੋੜ ਕੇ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਭੱਜਦਾ ਹੈ। ਜਦੋਂ ਇਹ ਭਾਈ ਪਿਰਾਣਾ ਸਤਿਗੁਰੂ ਜੀ ਵੱਲ ਵੱਧਦਾ ਹੈ, ਉਸ ਵੇਲੇ ਪਿਆਰਿਓ ਇਹ ਚੰਦੂ ਦੇ ਸਿਪਾਹੀ ਲਾਠੀਆਂ ਨਾਲ, ਸੋਟੀਆਂ ਨਾਲ ਇਹਨੂੰ ਪਿਛਾਂਹ ਕਰਨ ਦੀ ਕੋਸ਼ਿਸ਼ ਕਰਦੇ ਆ। ਭਾਈ ਪਿਰਾਣਾ ਜੀ ਅਗਾਂਹ ਨੂੰ ਵੱਧਦੇ ਆ। ਉਸ ਵੇਲੇ ਪਿਆਰਿਓ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੱਥ ਇੱਕ ਉਤਾਂਹ ਕਰਕੇ ਆਖਿਆ, ਭਾਈ ਪਿਰਾਣਾ, ਸਭ ਮਹਾਰਾਜ ਦੇ ਭਾਣੇ ਵਿੱਚ ਹੋ ਰਿਹਾ ਆ, ਸਭ ਸਾਡੇ ਹੁਕਮ ਵਿੱਚ ਹੋ ਰਿਹਾ ਆ, ਤੂੰ ਉਤਾਵਲਾ ਨਾ ਹੋ। ਭਾਈ ਪਿਰਾਣਾ ਨੇ ਆਖਿਆ, ਦੀਨ ਦਿਆਲ ਪਾਤਸ਼ਾਹ, ਮੇਰੇ ਮਾਤਾ ਪਿਤਾ ਨਾਲੋਂ ਵੀ ਜ਼ਿਆਦਾ ਪਿਆਰ ਦੇਣ ਵਾਲਿਆ ਸਤਿਗੁਰਾ, ਆਪ ਜੀ ਨੂੰ ਉਬਲਦੀ ਹੋਈ ਦੇਗ ਵਿੱਚ ਚੌਂਕੜਾ ਮਾਰਦਿਆਂ ਮੈਂ ਸਹਾਰ ਨਹੀਂ ਸਕਦਾ। ਸੱਚੇ ਪਾਤਸ਼ਾਹ ਜੀ ਨੇ ਆਖਿਆ, ਪਿਰਾਣਿਆ ਕੀ ਕਰ ਲਏਗਾ। ਉਸ ਵੇਲੇ ਭਾਈ ਪਿਰਾਣੇ ਨੇ ਆਖਿਆ, ਆਪ ਜੀ ਦੇ ਸਿਮਰਨ ਕਰਕੇ, ਆਪ ਜੀ ਦੀ ਸੇਵਾ ਕਰਨ ਕਰਕੇ
इतनी शक्ति मिल गई है कि दिल्ली ते लाहौर नूं मैं अपने हत्थां दीयां हथेलियां ते चक के एक ताड़ी मार के दोवें शहरां नूं नास मैं कर दियां। उस वेले धन गुरु अर्जन देव जी महाराज ने आख्या, हे प्राणा, परमेश्वर दे भाणे नूं मनना है। जिस खजाने विचों, जिस समुंदर विचों एक चुड़ी लैके तेनों इन्नी शक्ति मिली है, ये सोच अपने दिल दे अंदर के गुरु साहब कितने शक्तियां दे समुंदर ने। उस वेले भाई प्राणा जी ने चुप करके फिर धन गुरु अर्जन देव जी महाराज सच्चे पातशाह जी नूं सत वचन कह के ये भाणा मन्निया। नेत्र नीवे हो गए, सच्चे पातशाह जी वाल देखिया नहीं जाता। पंजवें पातशाह धन गुरु अर्जन देव जी महाराज उबलदी देग विच आप जी ने चौंकड़ा मारिया है। कल दे दीवान की समाप्ति इत्थे हुई है। धन गुरु अर्जन देव सच्चे पातशाह जी महाराज उबलदी हुई देग विच अडोल बैठे ने। सच्चे पातशाह जी दे नेत्र मूंदे हुए ने। महाराज सच्चे पातशाह जी लगातार बाणी का जाप करते पे ने। महाराज जी शब्द पढ़ते ने, तपत माए ठांड वरताई, आनंद भया दुख नाठे भाई। महाराज सच्चे पातशाह जी ये शब्द पढ़ते हुए ते असह ते अकह कष्ट सहारते आ। मैं थोड़ा जा इसका तर्जमा कर लवां, just to translate this a little bit into English for those of us who find it hard to understand. In yesterday's Diwan, we heard that Chandu had arrested Dhan Guru Arjan Dev Sache Patshaah Ji Maharaj. The first thing that Chandu did was this: he ordered that Sache Patshaah was not to eat, or to be allowed to drink, or to be allowed to sleep. After that, Chandu made Guru Arjan Dev Ji Maharaj sit outside in the burning hot sun. After one day of sitting in the sun, Chandu decided that he must do something more. The one thing which came to mind was boiling the Guru alive. He got a big dega, a big iron pot. He made sure that pot was filled to the brim with water. He told his servants to light a fire underneath. He said to Guru Arjan Dev Ji Maharaj, give up, otherwise I will boil you alive in this water. So remember, the first day of torture was sitting outside in the boiling hot sun. Not just being boiled alive, not just sitting on a burning hot plate, but the first day was sitting out in the burning hot sun of the summer itself. After that, Chandu says, you are now going to be boiled alive. Bhai Pirana ji sees Dhan Guru Arjan Dev Sache Patshaah Ji Maharaj, and Bhai Pirana ji breaks his ropes. He gets full of so much energy, his ropes break, and he runs towards Satguru Ji. When he runs towards Satguru Ji, Chandu's soldiers, they get their sticks, they try to beat Bhai Pirana down. Bhai Pirana keeps jumping forward. Dhan Guru Arjan Dev Ji looks at Bhai Pirana. Remember, these were the 5-6 who were arrested alongside Sache Patshaah. Satguru Maharaj Sache Patshaah Ji says to Bhai Pirana, Pirania, everything is happening in the command of God. Bhai Pirana says, Guruji, give me one command, I will make Delhi and I will make Lahore into dust. I have that much power. Maharaji says, where have you got this power from? He said, by doing your seva. Maharaji said, you have taken one cup from the ocean. Imagine how much power there is in the ocean. Maharaj Sache Patshaah Ji said, I am going to sit in this boiling hot water to teach my Sikhs in times of happiness and in times of pain, never to give up their faith. Dhan Guru Arjan Dev Sache Patshaah Ji Bhai Pirane nu ਇਹ ਉਪਦੇਸ਼ ਦੇ ਕੇ ਉੱਭਰਦੀ ਹੋਈ ਦੇਗ ਵਿੱਚ ਚੌਂਕੜਾ ਮਾਰ ਕੇ ਅਡੋਲ ਬੈਠੇ ਹੋਏ ਨੇ। ਆਪਣੀ ਜ਼ੁਬਾਨ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਪੜ੍ਹਦੇ ਜਾ ਰਹੇ ਆ। ਆਓ ਆਪਣੀ ਬਿਰਤੀ ਟਿਕਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਸਰੂਪ ਦਾ ਧਿਆਨ ਧਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਾਲਮਾਂ ਨੇ ਸੀਸ ਤੋਂ ਦਸਤਾਰ ਉਤਾਰ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉੱਭਰਦੀ ਹੋਈ ਦੇਗ ਦੇ ਵਿੱਚ ਚੌਂਕੜਾ ਮਾਰਿਆ ਹੈ। 5 ਸਿੱਖ ਦੇਖਦੇ ਆ, ਸੱਚੇ ਪਾਤਸ਼ਾਹ ਨੂੰ ਵੇਖਦੇ ਆ, ਸਿੱਖਾਂ ਦੇ ਨੇਤਰਾਂ ਵਿੱਚੋਂ ਨੀਰ ਦੀਆਂ ਝੜੀਆਂ ਲੱਗਦੀਆਂ ਨੇ। ਸਾਰੇ ਪਾਸੇ ਹਾਹਾਕਾਰ ਮਚਦੀ ਹੈ। ਸਿੱਖ ਜਿਹੜੇ ਆ ਉਹ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਹੁੰਦੇ ਆ ਆਪਣੀਆਂ ਅੱਖਾਂ ਦੇ ਸਾਹਮਣੇ ਤੱਕਦੇ ਆ। ਮਹਾਰਾਜ ਜੀ ਸ਼ਬਦ ਪੜ੍ਹਦੇ ਆ। ਆਓ ਮਨ ਬਿਰਤੀਆਂ ਟਿਕਾ ਕੇ ਲਾਹੌਰ ਦੀ ਧਰਤੀ ਤੇ ਚਲੀਏ। ਚੰਦੂ ਦੀ ਉਹ ਹਵੇਲੀ ਜਿਸ ਹਵੇਲੀ ਅੰਦਰ ਅਸਹਿ ਤੇ ਅਕਹਿ ਕਸ਼ਟ ਦਿੱਤੇ ਜਾ ਰਹੇ ਨੇ ਜਗਤ ਦੇ ਸਵਾਮੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ।
रल मिल के शब्द पढ़ के धन गुरु अर्जन देव जी का ध्यान टिकाइए। सच्चे पातशाह जी कह रहे ने, भाई पुराणिया तेरा किया मीठा लागे, तेरा किया मीठा लागे, तेरा किया हर नाम पदार्थ नानक मांगे, हर नाम पदार्थ नानक मांगे, हर नाम पदार्थ हर का नाम हृदय नित ध्याई, संगी साथी सगल तराई, हर का नाम गुर मेरे संग सदा है नाले, सिमर सिमर तिस सदा समाले, गुर मेरे संग तेरा किया मीठा लागे, तेरा किया मीठा लागे। दर्शन करो धन गुरु अर्जन देव साहब महाराज उबलती हुई देग विच अडोल किवें बैठे आ, गज के पढ़ना ही। तेरा किया मीठा लागे, तेरा किया मीठा लागे, तेरा तेरा किया मीठा लागे। सतनाम श्री वाहिगुरु साहिब जीओ। दोहरा गृह चंदू के सुध भई। गुरु के प्यारिओ, जिस वेले धन गुरु अर्जन देव महाराज सच्चे पातशाह जी उबलती हुई देग विच अडोल चौंकड़ा मारिया है, चंदू दे घर विच विखे एक खबर मिल गई है कि सच्चे पातशाह जी महाराज नू एक कष्ट दे रहा है पापी। सतगुर को दुख देत। सच्चे पातशाह जी नू दुख दे रहा है चंदू। किसे सिख की सुता थी। एक सिख दी लड़की सी। हाँ जी। पापी नुखान केत। इस पापी जिहड़ी ए पापी चंदू है, उस दी नौ जिहड़ी आ वो किसे बहुत प्रीतिवान किसे प्यार वाले गुरसिख दी धी सी। क्योंकि प्यारिओ कई बारी उन्हां जमानियां दे विच रिश्ते हो जाते सी, सिੱਖੀ अजे वधदी फुलदी पई सी। इस चंदू दे ग्रह विखे एक बहुत ही प्यार वाली नितनेमन गुरसिख जिहड़ी आ ਉਹ ਚੰਦੂ ਦੇ ਪੁੱਤਰ ਨਾਲ ਕਰਮਚੰਦ ਨਾਲ ਵਿਆਹੀ ਹੋਈ ਸੀ। Chandu's son was married to a daughter of a Sikh. She was full of so much love. When she heard that Guru Arjan Dev Ji Maharaj was being tortured by Chandu, she could not help herself. In today's history, in the history we're going to go through now, Kavi Santokh Singh is going to tell us about her story. Kavi Santokh Singh ji ਦੱਸ ਰਹੇ ਨੇ ਕਿਵੇਂ ਇਹ ਪ੍ਰੇਮੀ ਸਿੱਖ ਦੀ ਧੀ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅਸਹਿ ਤੇ ਅਕਹਿ ਹੁੰਦਿਆਂ ਇਹ ਕਸ਼ਟ ਹੁੰਦਿਆਂ ਹੋਇਆਂ ਸੁਣ ਕੇ ਕਿਵੇਂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨ ਆਉਂਦੀ ਹੈ। ਚੌਪਈ ਸੁਨ ਪ੍ਰਸੰਗ ਦਲ ਕਯੋ ਤਿਸ ਹਿਰਦਾ। ਜਦੋਂ ਇਹਨੇ ਚੰਦੂ ਦੀ ਨੌਂ ਨੇ ਇਹ ਸਾਰਾ ਪ੍ਰਸੰਗ ਸੁਣਿਆ, ਉਸ ਵੇਲੇ ਇਹਦਾ ਹਿਰਦਾ ਕੰਬਣ ਲੱਗ ਪਿਆ ਹੈ। ਮਮ ਨਹਿਰ
ਮਨ ਹੈ ਜਿਹ ਸਦਾ। ਜਿਸ ਸੱਚੇ ਪਾਤਸ਼ਾਹ ਜੀ ਨੂੰ ਮੇਰੇ ਮਾਤਾ ਪਿਤਾ ਜੀ ਮੰਨਦੇ ਹਨ, ਅਨੇਕ ਕਾਮਨਾ ਜਾਚਤ ਪਾਈ। ਜਿਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲੋਂ ਸਭ ਕੁਝ ਮੰਗਿਆ ਮਿਲਦਾ ਹੈ। ਗੁਰ ਗੁਰ ਸਿਮਰਤ ਨਿਤ ਸੁਖਦਾਈ। ਮੇਰੇ ਮਾਤਾ ਪਿਤਾ ਵਾਹਿਗੁਰੂ 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 ਕਰਦੇ ਸੁਖੀ ਵਸਦੇ ਸੀ ਤੇ ਹਰ ਵੇਲੇ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਦੇ ਸੀ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ, ਸੁੱਖਾਂ ਦੇ ਦਾਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਦੇ ਹਨ। ਸਸੁਰ ਪਾਤ ਕੀ ਤਹਿ ਦੁਖ ਦੇਤ। ਮੇਰਾ ਜਿਹੜਾ ਸਹੁਰਾ ਆ ਚੰਦੂ ਹੈ ਉਹ ਬਹੁਤ ਵੱਡਾ ਪਾਪੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦੇ ਰਿਹਾ ਆ। ਚੰਦੂ daughter in law is thinking, my father in law Chandu is so full of hate, he is giving pain and he is torturing ਧੰਨ ਗੁਰੂ ਅਰਜਨ ਦੇਵ ਜੀ। ਕੋ ਅਗ ਤੇ ਮੈਂ ਇਨਹੁ ਨਿਕੇਤ। ਉਸ ਵੇਲੇ ਇਹ ਵਿਚਾਰੀ ਸੋਚਦੀ ਹੈ ਮੈਂ ਕੋਈ ਬਹੁਤ ਵੱਡਾ ਪਾਪ ਕੀਤਾ ਹੋਣਾ ਆ ਜਿਹੜਾ ਮੈਂ ਇਹਨਾਂ ਪਾਪੀਆਂ ਦੇ ਘਰ ਵਿਆਹੀ ਗਈ। ਆਪਣੇ ਬਾਰੇ ਇਹ ਝੂਰਦੀ ਹੈ, ਬਹੁਤ ਜ਼ਿਆਦਾ ਇਹ ਮਾਯੂਸ ਹੋ ਰਹੀ ਹੈ ਚੰਦੂ ਦੀ ਨੌਂ। ਹਾਂਜੀ, ਕਿਤਕ ਦਿਵਸ ਤੇ ਪੀਓ ਨਾ ਪਾਣੀ। ਕਈ ਦਿਨਾਂ ਤੋਂ ਪਤਾ ਲੱਗ ਗਿਆ ਹੈ ਸੱਚੇ ਪਾਤਸ਼ਾਹ ਜੀ ਨੂੰ ਜਲ ਵੀ ਨਹੀਂ ਦਿੱਤਾ ਹੈ ਛਕਣ ਵਾਸਤੇ। ਖਾਏ ਨਾ ਭੋਜਨ ਨਿੰਦਰਾ ਹਾਨੀ। ਸੱਚੇ ਪਾਤਸ਼ਾਹ ਜੀ ਨੂੰ ਆਰਾਮ ਨਹੀਂ ਕਰਨ ਦਿੰਦੇ, ਕੁਝ ਖਾਣ ਨਹੀਂ ਦਿੰਦੇ। Chandu's daughter-in-law is thinking they are not letting the Guru eat or sleep. They are not letting the Guru even drink water. ਹਾਂਜੀ, ਧਿਕ ਜੀਵਨ ਇਸ ਘਰ ਮਹਿ ਮੇਰੋ। ਮੇਰਾ ਇਸ ਘਰ ਦੇ ਵਿੱਚ ਰਹਿਣਾ ਉਹਦੇ ਉੱਤੇ ਲਾਹਨਤ ਹੈ, ਫਿਟਕਾਰ ਹੈ ਮੇਰੀ ਜ਼ਿੰਦਗੀ ਉੱਤੇ। ਗੁਰ ਕੋ ਦੁਖ ਸੁਨ ਥਿਰ ਹੋਇ ਹੇਰੋ। ਜੇ ਗੁਰੂ ਦੇ ਦੁੱਖ ਨੂੰ ਸੁਣ ਕੇ ਮੇਰਾ ਸੀਨਾ ਵਿੰਨਿਆ ਨਹੀਂ ਜਾਂਦਾ, ਜੇ ਗੁਰੂ ਦੇ ਦੁੱਖ ਨੂੰ ਸੁਣ ਕੇ ਮੈਂ ਕੁਝ ਕਰਦੀ ਨਹੀਂ ਤੇ ਇਹ ਵਿਚਾਰੀ ਆਪਣੇ ਆਪ ਨੂੰ ਲਾਹਨਤਾਂ ਤੇ ਫਿਟਕਾਰਾ ਦੇ ਰਹੀ ਹੈ। ਸਿੱਖਾ ਸੱਚੀ ਗੱਲ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਵਸ ਹਰੇਕ ਸਾਲ ਤੂੰ ਮਨਾਉਂਦਾ ਆ, ਪਰ ਆਪਣੇ ਅੰਦਰ ਸੋਚ ਕਦੇ ਤੇਰਾ ਦਿਲ ਪਸੀਜਿਆ, ਕਦੇ ਦਿਲ ਦਾ ਦਰਵਾਜ਼ਾ ਖੜਕਿਆ ਆ, ਕਦੇ ਇਹ ਦਿਲ ਦੇ ਅੰਦਰ ਗੁਰੂ ਦੇ ਪ੍ਰੇਮ ਵਿੱਚ ਬੈਠ ਕੇ ਸੁਖਮਣੀ ਦਾ ਪਾਠ ਕੀਤਾ ਆ, ਕਦੇ ਤੇਰੇ ਅੱਖਾਂ ਦੇ ਵਿੱਚੋਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦਾ ਸ਼ਹੀਦੀ ਸਾਕਾ ਇਹ ਸੁਣ ਕੇ ਤੇ ਕਦੇ ਨੇਤਰਾਂ ਵਿੱਚੋਂ ਨੀਰ ਜਿਹੜਾ ਉਹ ਵਹਿ ਤੁਰਿਆ ਆ। ਚੰਦੂ ਦੀ ਨੌਂ ਕਹਿੰਦੀ ਹੈ ਮੇਰੇ ਉੱਤੇ ਲਾਹਨਤ ਹੈ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸਾਕਾ ਸੁਣ ਕੇ ਮੈਂ ਕੁਝ ਕਰ ਨਾ ਸਕੀ। Chandu's daughter-in-law is saying, it is cursed upon my life if I hear the Guru is going through pain and I do nothing. And I say to you today, how many Shahidi days have we celebrated since we have been born? If every single Shahidi goes by every year, we do not change our lives, then what has happened? What have we celebrated on that day? If listening to the Shahidi, our heart doesn't melt, then what is going on inside us? We need to think about what is going on inside. प्यारियो, ਇਹ ਸ਼ਹੀਦੀ ਦਿਵਸ ਜਿਹੜੇ ਹੁੰਦੇ ਆ ਨਾ, ਇਹ ਆਪਣੇ ਅੰਦਰ ਨੂੰ ਖੋਲਣ ਵਾਸਤੇ ਹੁੰਦੇ ਆ ਕਿ हे ਮਨਾ, ਸਾਰਾ ਸਾਲ ਤੂੰ ਪੱਥਰ ਬਣ ਕੇ ਬਹਿੰਦਾ ਆ, ਕਿਤੇ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਦੇ ਪਿਆਰ ਦੇ ਵਿੱਚ ਦੋ ਨੇਤਰਾਂ ਵਿੱਚੋਂ ਹੰਝੂ ਡਿੱਗਣ, ਕਿਤੇ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਦੇ ਪਿਆਰ ਦੇ ਵਿੱਚ ਬੈਠ ਕੇ ਬਾਣੀ ਪੜ੍ਹ, ਕਿਤੇ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਦੇ ਪਿਆਰ ਦੇ ਵਿੱਚ ਬੈਠ ਕੇ ਤੇ ਸਿਮਰਨ ਕਰ। ਇਹ ਸ਼ਹੀਦੀ ਦਿਵਸ ਤਾਂ ਸਫਲ ਹੁੰਦੇ ਆ। ਚੰਦੂ ਦੀ ਨੌਂ ਆਪਣੇ ਆਪ ਨੂੰ ਕਹਿੰਦੀ ਹੈ, ਕਹਿ ਰਹੀ ਹੈ ਮੇਰੇ ਉੱਤੇ ਫਿਟਕਾਰ ਹੈ, ਮੇਰੇ ਉੱਤੇ ਲਾਹਨਤ ਹੈ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਹ ਤਸੀਹੇ ਹੁੰਦਿਆਂ ਸੁਣ ਕੇ ਮੈਂ ਕੁਝ ਕੀਤਾ ਨਾ। ਹਾਂਜੀ, ਰਹਿਓ ਨਾ ਗਇਓ ਮਿਠਾਈ ਘੋਰੀ। ਉਸ ਵੇਲੇ ਰਹਿਆ ਨਹੀਂ ਗਿਆ, ਉਸਨੇ ਇੱਕ ਗਲਾਸ ਲਿਆ, ਉਸ ਗਲਾਸ ਦੇ ਵਿੱਚ ਪਾਣੀ ਭਰ ਕੇ ਤੇ ਸ਼ਰਬਤ ਘੋਲਿਆ ਹੈ ਜੀ। ਕੁਝ ਭੋਜਨ ਲੈ ਗਮਨੀ ਚੋਰੀ। ਕੁਝ ਭੋਜਨ ਜਿਹੜਾ ਉਹ ਚੋਰੀ ਆਪਣੇ ਘਰ ਤੋਂ ਲੈ ਗਈ ਹੈ। ਪਹੁੰਚੀ ਜਿਹੇ ਠਾਂ ਖਰੇ ਸਿਪਾਹੀ। ਇਹ ਅੱਧੀ ਰਾਤ ਦਾ ਵੇਲਾ ਹੈ। ਚੰਦੂ ਦੀ ਨੌਂ ਜਿਹੜੀ ਆ ਉਸ ਥਾਂ ਤੇ ਪਹੁੰਚਦੀ ਆ ਜਿੱਥੇ ਸਿਪਾਹੀ ਜਿਹੜੇ ਆ ਚੰਦੂ ਦੀ ਹਵੇਲੀ ਦੇ ਬਾਹਰ ਤਕੜਾ ਪਹਿਰਾ ਲਾ ਕੇ ਖੜੇ ਸੀ। ਸੁਖਚਤ ਡਰਤ ਜਾਤ ਨਹਿ ਪਾਹੀ। ਉਹ ਸੰਕੋਚ ਵੀ ਕਰਦੀ ਹੈ, ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਕੀ ਕਰਾਂ। ਡਰਦੀ ਵੀ ਹੈ ਮਨ ਦੇ ਵਿੱਚ। ਅੱਧੀ ਰਾਤ ਦਾ ਸਮਾਂ ਹੈ, ਹੱਥ ਦੇ ਵਿੱਚ ਇੱਕ ਥਾਲ ਫੜਿਆ ਹੋਇਆ ਹੈ, ਉੱਤੋਂ ਉਸ ਥਾਲ ਨੂੰ ਇੱਕ ਕੱਪੜੇ ਨਾਲ ਢਕਿਆ ਹੋਇਆ ਹੈ, ਆਪਣਾ ਚਿਹਰਾ ਢਕਿਆ ਹੋਇਆ ਹੈ। ਸਿਪਾਹੀਆਂ ਦੇ ਕੋਲ ਪਹੁੰਚਦੀ ਹੈ, ਡਰਦੀ ਵੀ ਹੈ ਪਰ ਨਾਲ ਨਾਲ ਯਾਦ ਕਰਦੀ, ਓ ਮਨਾ ਤੂੰ ਡਰ ਨਾ,
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਿਆਰ ਦੇ ਵਿੱਚ ਆਣ ਕੇ ਮਹਾਰਾਜ ਜੀ ਦੀ ਸੇਵਾ ਕਰ। ਸੱਚੀ ਗੱਲ ਹੈ, ਸੇਵਾ ਕਰਕੇ ਜਮਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ। ਇਹਨਾਂ ਸਿਪਾਹੀਆਂ ਤੋਂ, ਆਪਣੇ ਸਹੁਰੇ ਤੋਂ, ਮੌਕੇ ਦੀ ਸਰਕਾਰ ਤੋਂ ਡਰ ਨਾ, ਤੂੰ ਆਪਣੀ ਜ਼ਿੰਦਗੀ ਜਿਹੜੀ ਆ ਉਹ ਗੁਰੂ ਅਰਜਨ ਦੇਵ ਜੀ ਦੇ ਪਿਆਰ ਦੇ ਵਿੱਚ ਵਾਰ ਦੇ। ਇੱਕ ਹਕਾਰ ਕਰ ਆਪਣੇ ਪਾਸ। ਉਸ ਵੇਲੇ ਉਹਨਾਂ ਨੇ ਇੱਕ ਚੰਦੂ ਦੇ ਸਿਪਾਹੀ ਨੂੰ ਆਪਣੇ ਕੋਲ ਬੁਲਾਉਣਾ ਕੀਤਾ ਹੈ। Imagine it's midnight. She has her face covered. She's got one thal with food in it. She's got one glass with sharbat in it. And she's covered it with a kapra. And she's called one of the soldiers next to her. Hanji. ਤੀਨਸ ਜੇਵਰ ਤਿਨਹਿ ਨਿਕਾਸ। ਉਸ ਵੇਲੇ ਆਪਣੇ ਜੇਵਰ ਲਾ ਕੇ ਗੜ ਦੇ ਵਿੱਚੋਂ ਉਸ ਸਿਪਾਹੀ ਦੇ ਹੱਥ ਦੀ ਹਥੇਲੀ ਤੇ ਰੱਖਦੀ ਹੈ ਚੰਦੂ ਦੀ ਨੌ, ਤੇ ਕੀ ਬਚਨ ਕਰਦੀ ਹੈ? ਰੱਖੋ ਗੁਪਤ ਸੁਨਾਵੋ ਨਾਹੀ। ਆ ਗੱਲ ਸੁਣ ਵੀਰ, ਆ ਜੇਵਰ ਲੈ ਜਾ, ਜੋ ਤੈਨੂੰ ਚਾਹੀਦਾ ਮੇਰੇ ਕੋਲੋਂ ਮੰਗ ਲਾ, ਪਰ ਇੱਕ ਕੰਮ ਕਰ, ਮੈਨੂੰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਦੇ, ਗੁਪਤ ਰੱਖੀ, ਕਿਸੇ ਕੋਲ ਗੱਲ ਨਾ ਕਰੀ, ਮੈਨੂੰ ਅੰਦਰ ਜਾਣ ਦੇ, ਮੈਂ ਸਤਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੀ। ਮੈਂ ਇੱਕ ਬੇਰ ਜਾਉ ਗੁਰ ਪਾਹੀ। ਬਸ ਇੱਕ ਵਾਰ ਮੈਨੂੰ ਧੰਨ ਗੁਰੂ ਅਰਜਨ ਦੇਵ ਜੀ ਦੇ ਕੋਲ ਜਾਣ ਦੇ ਵੀਰ, ਵਾਰ-ਵਾਰ ਬੇਨਤੀਆਂ ਕਰਦੀ ਹੈ। ਧਰੇ ਲੋਭ ਤੂਸ਼ਨ ਹੋਏ ਰਹੇ। ਉਸ ਵੇਲੇ ਸਿਪਾਹੀ ਜਿਹੜਿਆ ਲੋਭ ਦੇ ਨਾਲ ਚੁੱਪ ਕਰ ਜਾਂਦੇ ਹਨ। ਚਾਹੇ ਤੁਰਤ ਆਵਹੋ ਬਚ ਕਹੇ। ਉਸ ਵੇਲੇ ਉਹਨਾਂ ਸਿਪਾਹੀਆਂ ਨੇ ਆਖਿਆ ਕਿ ਛੇਤੀ ਛੇਤੀ ਜਾ ਕੇ ਤੇ ਮੁੜ ਆਉਣਾ ਹੈ। ਗਈ ਗੁਰੂ ਢਿੱਗ ਦੇਖਤ ਰੋਈ। ਉਸ ਵੇਲੇ ਚੰਦੂ ਦੀ ਨੌ ਉਸ ਹਵੇਲੀ ਦੇ ਅੰਦਰ ਆਉਂਦੀ ਹੈ, ਸਿੱਖਾਂ ਦੇ ਕੋਲੋਂ ਲੰਘ ਕੇ ਪੁੱਛਦੀ ਹੈ ਗੁਰੂ ਸਾਹਿਬ ਕਿੱਥੇ ਨੇ। ਸਿੱਖ ਜਿਹੜੇ ਆ ਉਹ ਹਵੇਲੀ ਦੇ ਅੰਦਰ ਵਾਲੇ ਪਾਸੇ ਇਸ਼ਾਰਾ ਕਰਦੇ ਆ, ਭਾਈ ਪਿਰਾਣਾ, ਭਾਈ ਪੈੜਾ, ਭਾਈ ਲੰਗਾ ਆਦਿਕ। ਕਹਿੰਦੇ ਬੀਬਾ ਅਗਾਂਹ ਲੰਘ ਕੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਕਰਕੇ ਜਿਹੜਾ ਗੁਰੂ ਕੇ ਪਿਆਰੋ ਛਾਲੇ ਪਏ ਹੋਏ ਸੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੀਰ ਉੱਤੇ, ਸਤਿਗੁਰੂ ਪਾਤਸ਼ਾਹ ਜੀ ਦੀ ਐਸੇ ਸਰੀਰ ਦੀ ਹਾਲਤ ਦੇਖ ਕੇ ਨੇਤਰਾਂ ਵਿੱਚੋਂ ਨੀਰ ਦੀਆਂ ਝੜੀਆਂ ਵਹਿ ਤੁਰੀਆਂ। ਚੰਦੂ ਦੀ ਨੌ ਜਿਹੜੀ ਉੱਚੀ ਉੱਚੀ ਰੋਣ ਲੱਗ ਪਈ ਹੈ ਉਸ ਹਵੇਲੀ ਦੇ ਅੰਦਰ ਮਹਾਰਾਜ ਦੇ ਦਰਸ਼ਨ ਕਰਦੇ ਆ। As soon as Chandu's daughter-in-law sees Guru Arjan, his whole body full with the 2 days of torture, 1 day of sitting outside in the sun, the other day of sitting inside the boiling hot water, she sees Maharaj and she starts crying, रो रही है वार वार। नमो ठान कह बिनय भगोई। सच्चे पातशाह जी महाराज दे अगे भेज के ए मत्था टेकिया है, दोवें हाथ जोड़ के फिर बेनती कर दी है। she bows down, then she does बेनती to धन गुरु अर्जन देव जी। श्री सतगुर जी पीजह पानी। सच्चे पातशाह जी महाराज जालम पापी ने आप जी नूं कुछ दिनों तो कुछ छकण नहीं दिता। सतगुरु जीओ किरपा करो, मेरी गरीबणी दे कोल कोई वस नहीं चलता, घर दे अंदर मेरा कोई वाह नहीं चलता है, मेरी कोई पेश नहीं जाती आ, मेरे कोल बस आ गिलास है पानी दा जिहदे विच मिठा घोलिया होया है। आप जी किरपा करो महाराज इस जल दे गिलास नूं छकना करो जी। लिहो आहार को कीजह खानी। सच्चे पातशाह आप जी वास्ते मैं थाला लेके आई हां, इस थाल नूं आप जी भोग लाउणा करो। पापी के सुत सो मैं ब्याही। सच्चे पातशाह महाराज ने उस वेले पूछया बीबा कित्थों आई है। उस वेले उस बीबी ने आख्या कि मैं उस पापी चंदू दी नौं हां, ओदे सपुत्र करमचंद दे नाल मैं व्याही हुई हां। उस वेले सच्चे पातशाह जी महाराज ने बख्शिशां कीतियां हन। हुती जोगता ऐसे नाही। कहंदी पातशाह मैं इहो जे काम दे लायक नहीं सी कि इन्हां पापियां दे घरे व्याही जांदी, मैं तां आप जी दे घर दी श्रद्धालु हां। तुमरे सिख की सुता पछानो हो। सच्चे पातशाह आप जी जानो मैं आप जी दे बहुत प्रीतिवान प्रेम वाले एक सिख दी धी हां। It was not right for me to be married into the house of Chandu. She brings the food in front of Guru Sahib. She says, Guru Sahib ji, I have nothing else to give. All I have is this food. Please accept it. I have been married into the house of Chandu. My husband is the son of Chandu Karamchand, but I am the daughter of one of your Sikhs. मैं आप जी दे प्रीतिवान एक सिख दी धी हां। निज दासन लग करना ठानो हो। अपने एक घर दे दास जान के साडे परिवार नूं अपने घर दे गोले समझ के
ਤੇ ਆਪ ਜੀ ਕਿਰਪਾ ਦ੍ਰਿਸ਼ਟੀ ਕਰਨਾ ਕਰੋ ਜੀ। ਸਿੱਖ ਸਤਿਗੁਰ ਸ਼੍ਰੀ ਮੁਖ ਤੇ ਭਾਖਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸੋਹਣੇ ਮੁਖੜੇ ਤੋਂ ਉਸ ਵੇਲੇ ਬਚਨ ਫਰਮਾਏ ਹਨ। ਸਾਧ ਤੋਹੇ ਅਸ ਭਾਉ ਜੇ ਰਾਖਾ। ਸੱਚੇ ਪਾਤਸ਼ਾਹ ਜੀ ਕਹਿੰਦੇ ਬੀਬਾ ਭਲਾ ਹੋਵੇ, ਭਲਾ ਹੋਵੇ, ਭਲਾ ਹੋਵੇ। ਮਹਾਰਾਜ ਨੇ ਅਸੀਸ ਬਖਸ਼ੀ, ਪਿਆਰ ਦਿੱਤਾ। ਕਹਿੰਦੇ ਜੀ ਤੇਰੇ ਅੰਦਰ ਇਹ ਪਿਆਰ ਜਾਗਿਆ ਨਾ ਬੀਬਾ, ਇਹ ਪਿਆਰ ਪਿਛਲੇ ਜਨਮਾਂ ਦੀ ਤਪੱਸਿਆ ਕਰਕੇ ਹੀ ਗੁਰੂ ਪ੍ਰਤੀ ਜਾਗਦਾ ਹੈ। ਮਹਾਰਾਜ ਜੀ ਨੇ ਆਖਿਆ ਭਲਾ ਹੋਵੇ, ਭਲਾ ਹੋਵੇ, ਭਲਾ ਹੋਵੇ। ਹਾਂਜੀ, ਜੇ ਕਰ ਚਾਹੇ ਆਪਣੀ ਕਲਿਆਣਾ। ਜੇ ਆਪ ਜੀ ਆਪਣੀ ਕਲਿਆਣ ਚਾਹੁੰਦੇ ਹੋ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਜੇ ਮੁਕਤੀ ਚਾਹੁੰਦੇ ਹੋ, ਸੰਗ ਹਮਾਰੇ ਤਿਆਗੋ ਪ੍ਰਾਨਾ। ਫਿਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਜੋ ਲਿਆਂਦਾ ਇਹ ਛਕਣਾ ਨਹੀਂ ਆਪਾਂ, ਪਰ ਬੀਬਾ ਤੂੰ ਸਾਡੇ ਕੋਲ ਚੱਲ ਕੇ ਆਈ ਹੈ। ਅਸੀਂ ਚਾਹੁੰਦੇ ਹਾਂ ਕਿ ਤੇਰਾ ਲੋਕ ਪਰਲੋਕ ਦੇ ਵਿੱਚ ਭਲਾ ਹੋਵੇ। ਜਦੋਂ ਕੁਝ ਦਿਨਾਂ ਨੂੰ ਅਸੀਂ ਸਰੀਰ ਤਿਆਗਣਾ, ਤੈਨੂੰ ਅਸੀਂ ਨਾਲ ਸੱਚਖੰਡ ਨੂੰ ਲੈ ਜਾਣਾ। ਇਹ ਗੁਰੂ ਸਾਹਿਬ ਜੀ ਨੂੰ ਪ੍ਰੇਮ ਭਾਵਨਾ ਦੇ ਨਾਲ, ਹਾਲਾਂਕਿ ਗੁਰੂ ਸਾਹਿਬ ਨੇ ਪ੍ਰਸ਼ਾਦਾ ਛਕਿਆ ਨਹੀਂ, ਪਾਣੀ ਪੀਤਾ ਨਹੀਂ, ਲੇਕਿਨ ਦੇਖੋ ਗੁਰੂ ਸਾਹਿਬ ਨਾਲ ਪਿਆਰ ਕਰਨ ਦਾ ਕਿਤਨਾ ਫਲ ਹੈ। ਆਪਣੇ ਆਪ ਨੂੰ ਕਹਿ ਰਹੀ ਸੀ ਕਿ ਮੈਂ ਪਾਪ ਕੀਤੇ ਹੋਏ ਆ ਪਿਛਲੇ ਜਨਮਾਂ ਦੇ। ਮਹਾਰਾਜ ਕਹਿੰਦੇ ਨਹੀਂ ਬੀਬਾ, ਤੈਨੂੰ ਤਾਂ ਅਸੀਂ ਸੱਚਖੰਡ ਤੱਕ ਲੈ ਕੇ ਜਾਣਾ ਹੈ। ਚੰਦੂ's daughter-in-law says, I am not worthy. Maharaj Sache Paatshah Ji says, in a few days, when my body breaks, I will take you with me to Sachkhand. ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ। ਜਰਾ ਉਖੇਰ ਹੈ ਚੰਦੂ ਕੇਰੀ। ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਹੁਣ ਚੰਦੂ ਜਿਹੜਾ ਉਹ ਆਪਣੀਆਂ ਜੜ੍ਹਾਂ ਆਪ ਪੱਟ ਰਿਹਾ ਹੈ, ਆਪਣ ਹੱਥੀ ਆਪਣੀ ਜੜ ਆਪ ਪੱਟੈ। ਇਹ ਚੰਦੂ ਪਾਪ ਕਰਕੇ ਆਪਣੀਆਂ ਜੜ੍ਹਾਂ ਇਸ ਲੋਕ ਦੇ ਵਿੱਚ ਪੱਟ ਰਿਹਾ ਹੈ। ਮਰਹਿ ਜਬੈ ਦੋਜਕ ਮਹਿ ਗੇਰੀ। ਜਦੋਂ ਇਹ ਮਰੂਗਾ ਚੰਦੂ ਤੇ ਉਸ ਵੇਲੇ ਦੋਜ਼ਖ ਦੀ, ਨਰਕਾਂ ਦੀ ਅੱਗ ਵਿੱਚ ਜੜੇਗਾ। ਇਹਾ ਹਮਾਰੋ ਪਲਟਾ ਲੈ ਕੇ। ਇਸ ਦੁਨੀਆ ਅੰਦਰ ਸਾਡੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਚੰਦ ਨੂੰ ਇਹਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਦੇਣੀ ਹੈ। ਫਤਿਹ ਮੌਤ ਮਹਾ ਦੁਖ ਦੇ ਕੇ। ਬਹੁਤ ਭੈੜੀ ਮੌਤ ਮਰੇਗਾ ਇਹ ਚੰਦੂ, ਬੜਾ ਦੁਖੀ ਹੋ ਕੇ ਮਰੂਗਾ। ਰੱਖੋ ਗੋਪ ਬਤਾਵੋ ਕਾਹੇ ਨਾ। ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਬਚਨ ਗੁਪਤ ਰੱਖਣੇ ਆ, ਕਿਸੇ ਨੂੰ ਦੱਸਣੇ ਨਹੀਂ ਹਨ। ਸੰਕਟ ਇਨਹੋ ਸੰਗ ਸਹਿ ਨਾਹਿਨ। ਤੇ ਮਹਾਰਾਜ ਨੇ ਆਖਿਆ ਅਸੀਂ ਨਹੀਂ ਚਾਹੁੰਦੇ ਤੂੰ ਸਾਡੇ ਸਿੱਖ ਦੀ ਧੀ ਹੈ, ਸਾਡੀ ਧੀ ਹੈ, ਕਿ ਤੈਨੂੰ ਵੀ ਦੁੱਖ ਦਾ ਸਾਹਮਣਾ ਕਰਨਾ ਪਵੇ। ਇਸੇ ਕਰਕੇ ਅਸੀਂ ਤੈਨੂੰ ਨਾਲ ਲੈ ਜਾਣਾ ਹੈ ਸੱਚਖੰਡ ਨੂੰ। ਖਾਨ ਪਾਨ ਇਸ ਕੇ ਘਰ ਕੇਰਾ। ਸੱਚੇ ਪਾਤਸ਼ਾਹ ਜੀ ਨੇ ਆਖਿਆ ਪਾਪੀ ਦੇ ਘਰੋਂ ਜਿਹੜਾ ਖਾਣਾ ਪੀਣਾ ਆਇਆ ਹੈ, ਹਮ ਨਹਿ ਕਰਹਿ ਜਾਹੋ ਲੈ ਫੇਰਾ। ਅਸੀਂ ਇਸ ਪਾਪੀ ਦੇ ਘਰੋਂ ਇੱਕ ਦਾਣਾ ਵੀ ਅੰਨ ਦਾ ਖਾਣਾ ਨਹੀਂ ਹੈ, ਇਸ ਨੂੰ ਲੈ ਜਾਣਾ ਕਰੋ। ਸੁਨ ਸਤਿਗੁਰ ਤੇ ਸਗਰੀ ਬਾਤ। ਸੱਚੇ ਪਾਤਸ਼ਾਹ ਜੀ ਤੋਂ ਇਹ ਬਚਨ ਸੁਣ ਕੇ ਆਛੋ ਲਖਿਓ ਪ੍ਰਾਨ ਕੋ ਘਾਤ। ਪਿਆਰਿਓ ਧੰਨ ਨੇ ਇਸ ਬੀਬੀ, ਧੰਨ ਹੈ ਬੀਬੀ, ਧੰਨ ਹੈ ਬੀਬੀ ਦਾ ਸਿਦਕ। ਇਹ ਸੁਣ ਕੇ ਕਿ ਕੁਝ ਦਿਨਾਂ ਨੂੰ ਸਰੀਰ ਛੱਡਣਾ ਆ ਨਾ, ਉਹ ਝੂਰੀ ਨਹੀਂ ਸਗੋਂ ਖੁਸ਼ੀ ਨਾਲ ਫੁੱਲੀ ਨਹੀਂ ਸਮਾ। ਕਹਿੰਦੀ ਧੰਨ ਹੈ ਕਬੀਰ, ਮੋਹਿ ਮਰਨੇ ਕਾ ਚਾਉ ਹੈ, ਮਰੋ तो हर के द्वार, मत हर पूछे कौन है परा हमारे बाहर। ਇਹੋ ਜੀ ਮੌਤ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਮੈਨੂੰ ਬਾਹ ਤੋਂ ਫੜ ਕੇ ਸੱਚਖੰਡ ਲੈ ਕੇ ਜਾਣਗੇ। ਬੀਬੀ ਖੁਸ਼ ਹੋ ਰਹੀ ਹੈ, ਕਹਿ ਰਹੀ ਹੈ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਮੇਰੇ ਉੱਤੇ ਬਖਸ਼ਿਸ਼ ਹੋ ਗਈ, ਕਿਰਪਾ ਹੋ ਗਈ ਹੈ ਲੋਕੋ। ਮੈਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਚਖੰਡ ਤੱਕ ਲੈ ਕੇ ਜਾਣਾ ਆ। ਦਰਗਾਹ ਦੇ ਦਰਵਾਜ਼ੇ ਖੁੱਲ ਗਏ ਨੇ। ਬੀਬੀ ਪਿਆਰ ਦੇ ਵਿੱਚ ਉਹਦਾ ਅੰਦਰ ਵਹਿ ਤੁਰਿਆ ਹੈ। she says blessed, she hears that she's going to die in a few days. Like us, she doesn't start crying. She says I am blessed. Guru Arjan Dev Ji is going to take me by the arm to Sachkhand. Guru Arjan Dev Ji is going to take me into the arms of God. ਆਪਣੇ ਮਰਨੇ ਉੱਤੇ ਇਹ ਰੋਂਦੀ ਨਹੀਂ, ਆਪਣੀ ਮੌਤ ਦਾ ਨਾਂ ਸੁਣ ਕੇ ਖੁਸ਼ ਹੁੰਦੀ ਹੈ। ਕਹਿਤ ਆਪਣੇ ਸੰਗ ਮਿਲਾਵੋ। ਉਸ ਵੇਲੇ ਦੋਵੇਂ ਹੱਥ ਜੋੜ ਕੇ ਆਖਿਆ ਮਹਾਰਾਜ ਇਸ ਤੋਂ ਹੋਰ ਕੀ ਚਾਹੀਦਾ ਆ, ਆਪ ਜੀ ਕਿਰਪਾ ਕਰੋ, ਮੈਨੂੰ ਆਪਣੇ ਨਾਲ ਹੀ ਲੈ ਜਾਣਾ ਕਰੋ। ਕਰੋ ਕਿਰਪਾ ਲੈ ਸੰਗ ਸਿਧਾਵ। ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਹੀ ਲੈ ਜਾਣਾ ਕਰੋ ਸੱਚਖੰਡ। ਅੰਗੀਕਾਰ ਨ ਗੁਰ ਕਛ ਕੁਛ ਕੀਨੋ। ਸੱਚੇ ਪਾਤਸ਼ਾਹ ਜੀ ਨੇ ਕੁਝ ਖਾਦਾ ਪੀਤਾ ਨਹੀਂ ਹੈ ਜੀ। ਹਟ ਗਮਨੀ ਮਰਬੋ ਨਿਜ ਚੀਨੋ। ਫਿਰ ਇਹ ਪਤਾ ਲੱਗ ਗਿਆ ਹੈ
कि जदों सच्चे पातशाह जी सचखंड जाणगे ना ते मैं भी नाल जावांगी। इस तरह दी सोचा करती हुई फिर अपने घर वाल नूं जांदी है। अधिक दुखी होए परी विचारी। सच्चे पातशाह जी दी हालत देख के शरीर दी फिर मन दे विच आउंदा आ कि गुरु साहब जी उत्ते होर अजे तशद्दद होने आ। ਇਹ सोच के फिर दुखी ਹੁੰਦੇ ਆ कि गुरु साहब जी ਨੂੰ अजे होर दुख देना है पापी ने। बस ना बसावह होई लचारी। लाचार हुई पई है, ਇਹਦੀ कोई वाह पेश नहीं जाती। अंदरों एक पासियों शुक्र है दातिया सचखंड के दरवाजे आप जी ने मेरे वास्ते खोल दिते आ। पर दाता जी इन्ने तसीहे, इतना दुख, इतना घोर कलयुग मैनू देखना पैना है। एक पासे खुशी भी है, एक पासे अंदर गमी है। When she remembers Guruji is gonna take her with them to Sachkhand, then she gets happy. When she remembers the Guru is still going to be tortured for many days, then she starts crying again. अंदर खुशी भी है अते गमी भी है। बीत जामनी सो तब गई। इस तरह धन गुरु अर्जन देव जी महाराज सच्चे पातशाह जी हवेली दे अंदर सिमरन करदियां होया बुल फरकदे पए ने, चेहरा डरका पिया मारदा आ। धन गुरु अर्जन देव जी महाराज वाहिगुरु 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 जपदे ये रात जिहड़ी है ये भी बतीत हो गई है। बैठे गुर प्रभात तब भई। अमृत वेला हो गया। सच्चे पातशाह जी महाराज अडोल चौंकड़ा मार के परमेश्वर की याद विच प्रभ के सिमरन दे विच बैठे हुए हन। चंदू दुष्ट विचारत मन में। उस वेले दिन चढ़िया है। चंदू वो भी हुण अपने मन दे विच विचारां करदा है। A whole night goes by, the next day rises. The first day Maharaj is captured in the evening, then Maharaji for a whole day is put outside in the sun, then another day goes by and on that day Maharaji is bowled alive. हुण एक होर दिन चढ़न वाला है। चंदू सोचता है कि हुण की तसीहे दवा मैं सच्चे पातशाह जी नूं। अगन ताप ते पीर ना तन में। कहंदा सच्चे पातशाह जी नूं ए उबलदी होई देग विच उबाल के देखिया, पर सच्चे पातशाह जी नूं रत्ती मात्र भी पीड़ा नहीं हुई है। त्रास पाए नह मानी बात। कहंदा सच्चे पातशाह जी डरदे ही कोई नहीं, साडियां गल्लां कोई नहीं मानदे हन। चंदू is thinking nothing can make the Guru give up. I boiled him alive. Even then the Guru is not frightened. Even then the Guru is not scared. Even then the Guru is not giving up. चंदू वार वार ये सोच के झूरदा है। नह जानत मेरो होए घात। ये कही जांदा आ वे गुरु साहब जी शायद जानते नहीं कि उन्हां दी जिंदगी दा उन्हां दे शरीर दा अंत आया है, पर इस पापी नूं नहीं पता। ओ चंदू पापिया तेरे पाप ने तेनू लैके ते एक दिन मार देना है। सच्चे पातशाह जी महाराज नू कोई मारन वाला जन्मिया नहीं है। तपत बार की लगी ना को। वो कहंदा भी सच्चे पातशाह जी महाराज नू कोई भी तपश नहीं लगती है, कोई भी गर्मी नहीं लगती है, कोई भी अग दी जिहड़ी ए सेक है वो लगदा नहीं है। बारू तपत लगाए वसो। फिर कहंदा हुण इदां करदे आ कि सच्चे पातशाह जी महाराज नू आपां बारू दे अर्थ ने कि रेता। ये तीसरा तसीहा सी। पहला तसीहा ये सी भुखण भाणे गुरु जी नू बाहर धुप दे विच बिठा लेना, उस तो बाद उबलदी हुई देग दे विच। हुण ये तसीहा जिहड़ा आ रहा है सच्चे पातशाह जी नू तपदे हुए रेते उत्ते, रेता भट्ठी च पा के उहनूं लाल तपदा होया करके फिर सच्चे पातशाह जी नू उस रेते उत्ते चौंकड़ा मारन लई इस पापी ने कहना आ, दिस इज द नेक्स्ट तसीहा, दिस इज द नेक्स्ट torture which happens. Remember this. Firstly, they didn't let the Guru or the Sikhs eat or sleep. Secondly, they made Sache Padshah Ji sit outside in the burning hot sun. Thirdly, they boiled Sache Padshah Ji alive. After that, they're going to make Dhan Guru Arjan Dev Ji sit on burning hot sand. Red hot sand, बारू जिहड़ा है रेता गर्म करके सच्चे पातशाह जी नूं ओहदे उत्ते बिठा लेना है। इम चितवत ही खाए आहारा। इस तरह सोचदा जिहड़ा खाई जा रहा है पापी। आए पात की बड़ हथियारा। ये वड्डा पापी हथियारा जिहड़ा है ये गुरु साहब जी दे सामने आउंदा है। और बिखै सिखन को हेरा। पौड़ियां दे विच सिखां वल तक के ते फिर बोलदा है पापी। ठांडो होए कहयो तिस बेरा। खड़ा होके सिखां दे कोल फिर उन्हां 5 सिखां नूं कहंदा है,
है। ਇਹ ਸਿੱਖ ਰੰਕ ਕਹਿਤ ਕਿਆ ਕਾਲੀ। ਇਹ ਗਰੀਬੜੇ ਸਿੱਖ ਜਿਹੜੇ ਆ ਕੱਲ ਕਹਿੰਦੇ ਸੀ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿਆਂਗੇ, ਇਹਨਾਂ ਨੂੰ ਮੈਂ ਦੱਸਦਾ ਆ ਇਹ ਹੁਣ ਹੁਕਮ ਦਿੰਦਾ ਸਿਪਾਹੀਆਂ ਨੂੰ, ਕਰੋ ਤਾੜਨਾ ਇਨਹੇ ਵਿਸ਼ਾਲੀ। ਇਹਨਾਂ ਨੂੰ ਬਹੁਤ ਕੁੱਟੋ, ਇਹਨਾਂ ਨੂੰ ਇੰਨਾ ਕੁੱਟੋ, ਇਹਨਾਂ ਨੂੰ ਇੰਨੇ ਤਸੀਹੇ ਦਿਓ, ਲਾਠੀਆਂ ਨਾਲ ਇੰਨਾ ਮਾਰੋ ਕਿ ਇਹਨਾਂ ਨੂੰ ਪਤਾ ਲੱਗ ਜਾਏ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਕਿਵੇਂ ਖੜਕੀ ਦੇ। ਭਾਈ ਪੁਰਾਣੇ ਦੇ ਬਚਨ ਸੁਣੇ ਸੀ ਨਾ ਕੱਲ ਚੰਦੂ ਨੇ, ਤੇ ਪਿਆਰਿਓ ਚੰਦੂ ਜਿਹੜਾ ਪਾਪੀ ਹੈ ਉਹਦੇ ਹਿਰਦੇ ਦੇ ਅੰਦਰ ਉਹ ਬਚਨ ਜਿਹੜਾ ਰੜਕਦੇ ਪਏ ਸੀ, ਕਹਿੰਦਾ ਸੀ ਇਹਨਾਂ ਸਿੱਖਾਂ ਨੂੰ ਲਾਠੀਆਂ ਨਾਲ ਮਾਰੋ, ਇਹਨਾਂ ਸਿੱਖਾਂ ਨੂੰ ਡਾਂਗਾ ਨਾਲ ਮਾਰੋ। ਪਤਾ ਨਹੀਂ ਇਹ ਡਾਂਗਾ ਦਾ ਇਹਨਾਂ ਲਾਠੀਆਂ ਦਾ ਕੀ ਸੰਬੰਧ ਹੈ। ਗੁਰੂ ਕੇ ਬਾਗ ਦੇ ਅੰਦਰ ਕਦੇ ਗੋਰਿਆਂ ਨੇ ਸਾਡੇ ਉੱਤੇ ਇਹ ਲਾਠੀਆਂ ਵਰਸਾਈਆਂ, ਕਦੇ 1984 ਦੇ ਅੰਦਰ ਇਹ ਸਾਡੇ ਉੱਤੇ ਵਰਦੀਆਂ ਆ ਰਹੀਆਂ ਨੇ। ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਹੀ ਸਿੱਖਾਂ ਦੇ ਉੱਤੇ ਇਹ ਤਸ਼ੱਦਦ ਕਰਦੀਆਂ ਆ ਰਹੀਆਂ ਹਨ। ਇਮ ਕਹੇ ਸੋਟੇ ਕੁਛ ਮਰਵਾਏ। ਇਸ ਤਰ੍ਹਾਂ ਕਹਿ ਕੇ ਫਿਰ ਜਿਹੜੇ ਪਹਿਰੇਦਾਰ ਆ ਇਹਨਾਂ ਸਿੱਖਾਂ ਨੂੰ ਲਾਠੀਆਂ ਨਾਲ ਜਿਹੜੇ ਆ ਕੁੱਟ ਰਹੇ ਹਨ। ਰਹੇ ਮੌਨ ਗੁਰ ਤੇ ਡਰ ਪਾਏ। ਪਰ ਸੱਚੇ ਪਾਤਸ਼ਾਹ ਜੀ ਦੇ ਸਤਕਾਰ ਵਜੋਂ ਮਹਾਰਾਜ ਨੇ ਆਖਿਆ ਸੀ ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਨਾ ਭਾਈ ਪੁਰਾਣਾ ਜੀ ਰੱਬ ਦੇ ਭਾਣੇ ਨੂੰ ਮੰਨਣਾ ਹੈ, ਮੁਖੋਂ ਸੀਰ ਹੀ ਉਚਾਰਨੀ। ਉਹ ਸਿੱਖਾਂ ਨੂੰ ਕੁੱਟੀ ਜਾ ਰਿਹਾ, ਇਹ ਲਾਠੀਆਂ ਦੇ ਨਾਲ ਮਾਰੀ ਜਾ ਰਿਹਾ ਸ਼ਰੀਰਾਂ ਨੂੰ, ਪਰ ਸਿੱਖ ਆਪਣੀ ਜ਼ਬਾਨ ਵਿੱਚੋਂ ਹਾਏ ਨਹੀਂ ਕਹਿੰਦੇ। ਪੰਜ ਸਿੱਖ ਵਾਹਿਗੁਰੂ ਵਾਹਿਗੁਰੂ ਕਰਦੇ, ਕੋਈ ਵੀ ਕੌੜਾ ਬਚਨ ਨਹੀਂ ਬੋਲਦੇ, ਕੋਈ ਸ਼ਕਤੀ ਨਹੀਂ ਵਿਖਾਲਦੇ, ਬਸ ਸਾਰੀ ਸ਼ਕਤੀ ਹੁੰਦਿਆਂ ਹੋਇਆਂ ਵੀ ਤਾਣ ਹੁੰਦੇ ਹੋਏ ਨਿਤਾਣਾ, ਸਾਰੀ ਸ਼ਕਤੀ ਹੈ ਉਹਨਾਂ ਦੇ ਹੱਥਾਂ ਦੇ ਵਿੱਚ, ਪਰ ਸਿੱਖ ਕਰਦੇ ਨਹੀਂ, ਸਿਰਫ ਰੱਬ ਦੇ ਬਾਣੀ ਨੂੰ ਮੰਨ ਕੇ ਸਤਨਾਮ ਵਾਹਿਗੁਰੂ ਜਪਦੇ ਹਨ। ਨਹੀਂ ਸ਼ਕਤ ਕਿਨ ਕੀਨ ਦਿਖਾਵਨ। ਕੋਈ ਵੀ ਸ਼ਕਤੀ ਸਿੱਖਾਂ ਨੇ ਵਿਖਾਲਣਾ ਨਹੀਂ ਕੀਤੀ ਹੈ। ਬੈਠ ਰਹੇ ਕਰ ਮਨ ਮੁਰਝਾਵਨ। ਬਸ ਗੁਰੂ ਕੇ ਪਿਆਰਿਓ ਇਹ ਸੋਚ ਸੋਚ ਕੇ ਕਿ ਗੁਰੂ ਅਰਜਨ ਦੇਵ ਜੀ ਨੂੰ ਇਹ ਤਸੀਹੇ ਦੇ ਰਹੇ ਆ, ਇਹ ਬਹੁਤ ਹੀ ਵਿਰਾਗੀ ਹੋ ਰਹੇ ਨੇ ਸਾਰੇ ਸਿੱਖ। ਹੁਣ ਗਮਨਿਓ ਸਤਿਗੁਰ ਕੇ ਪਾਸ। ਚੰਦੂ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਉਂਦਾ ਹੈ। ਚੰਦੂ first orders the 5 Sikhs to be beaten, and he says yesterday Bhai Pirana was saying that he can desecrate Lahore and Delhi, today beat them so hard that they can never say that again. Bhai Pirana ji is looking at Guru Sahib whilst he is being beaten with sticks. He does not say one word with his tongue. Remember, Guruji said to him, doesn't matter how much power you have in your hands, you are going to accept the will of God. And what I said in Punjabi was this: these sticks, they have not been used on us once, not twice, again and again. In Guru Arjan Dev Ji Shahidi we hear them. In Guru Ka Baag, in the time of the Gora Raj we hear them. In the Raj now we hear them as well. Guru ke Sikh asah te akay kasht saha rahe han, ਤੇ ਇਹ ਚੰਦੂ ਗੁਰੂ ਸਾਹਿਬ ਜੀ ਦੇ ਕੋਲ ਆਉਂਦਾ ਹੈ। ਕਹੈ ਕੋ ਬਾਕ ਉਪਾਵਹਿ ਤਰਾਸ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹ ਭੈੜੇ ਬਚਨ ਬੋਲ ਕੇ ਸੋਚਦਾ ਆ ਕਿ ਮੈਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੁੱਖ ਦੇ ਸਕਾਂਗਾ। ਅਬ ਲੋ ਕਹਾਂ ਸਾਸਨਾ ਬਣੀ। ਕਹਿੰਦਾ ਹੁਣ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੁਣ ਗੁਰੂ ਸਾਹਿਬ ਤੁਹਾਨੂੰ ਕੁਝ ਵੀ ਨਹੀਂ ਕੀਤਾ, ਅਜੇ ਕੁਝ ਵੀ ਤਸੀਹਾ ਨਹੀਂ ਦਿੱਤਾ। ਤੁਸੀਂ ਕੀ ਸੋਚਦੇ ਹੋ ਕਿ ਕੱਲਾ ਉਬਲਦੀ ਹੋਈ ਦੇਗ ਵਿੱਚ ਆਪ ਜੀ ਨੂੰ ਉਬਾਲਣਾ ਸੀ? ਅਜੇ ਤਾਂ ਬਹੁਤ ਤਸੀਹੇ ਦੇਣ ਵਾਲੇ ਰਹਿੰਦੇ ਹਨ। ਦੇਖੋ ਆਜ ਹੋਏ ਜਿਮ ਘਣੀ। ਕਹਿੰਦਾ ਅੱਜ ਦੇਖੋ ਕਿਹੋ ਜਿਹੇ ਤਸੀਹੇ ਦੇ ਦੇ ਕੇ ਆਪ ਜੀ ਨੂੰ ਮਾਰਨਾ ਹੈ। ਹੋਤ ਨਹੀਂ ਮੈਂ ਮਿਥਿਆਵਾਦੀ। ਮੈਂ ਕਦੇ ਵੀ ਝੂਠ ਨਹੀਂ ਬੋਲਦਾ। ਪਾਪੀ ਜਿਹੜਾ ਝੂਠ ਦਾ ਭਰਿਆ ਹੋਇਆ ਹੈ ਨਾ, ਉਹ ਇਸ ਤਰ੍ਹਾਂ ਦੇ ਬਚਨ ਕਰਦਾ ਹੁੰਦਾ ਹੈ। ਨਯੋ ਅਤ ਗਮੀ। ਸੱਚਾ ਬੰਦਾ ਜਿਹੜਾ ਹੁੰਦਾ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਸੱਚ ਬੋਲਦਾ। ਸਾਰੀ ਦੁਨੀਆ ਜਾਣਦੀ ਆ ਕਿ ਇਹ ਕਦੇ ਵੀ ਝੂਠ ਨਹੀਂ ਬੋਲਦਾ। ਸਿੱਖ ਜਦੋਂ ਪਹਿਲਾਂ ਕਚਹਿਰੀ ਵਿੱਚ ਅਗਵਾਈ ਦਿੰਦੇ ਹੁੰਦੀ ਸੀ ਨਾ, ਜਦੋਂ ਗਵਾਹੀ ਦਿੰਦੇ ਹੁੰਦੇ ਸੀ, ਤੇ ਉਸ ਵੇਲੇ ਪਿਆਰਿਓ ਜੱਜ ਜਿਹੜਾ ਇੱਕ ਪਾਸੇ ਕਈ ਸਾਰਾ ਪਿੰਡ ਖੜ ਜਾਏ ਨਾ, ਇੱਕ ਪਾਸੇ ਸਿੱਖ ਖੜਾ ਹੁੰਦਾ ਸੀ, ਉਸ ਵੇਲੇ ਕਹਿੰਦੀ ਸੀ ਗੁਰੂ ਨਾਨਕ ਦਾ ਸਿੱਖ ਨਹੀਂ ਝੂਠਿਆ ਹੋ ਸਕਦਾ। ਸਾਰੀ ਦੁਨੀਆ ਝੂਠੀ ਹੋ ਸਕਦੀ ਆ, ਪਰ ਬਾਬੇ ਨਾਨਕ ਦਾ ਸਿੱਖ ਨਹੀਂ ਝੂਠਿਆ ਹੋ ਸਕਦਾ, ਕਿਉਂਕਿ ਬਾਬੇ ਨਾਨਕ ਨੇ ਆਪਣੇ ਸਿੱਖਾਂ ਨੂੰ ਇਹ ਗੱਲ ਸਿਖਾਈ ਆ, ਸੱਚੋ ਔਰੈ ਸਭ ਕੋ ਉੱਪਰ ਸੱਚ ਅਚਾਰ। ਸੱਚੀ ਜ਼ਿੰਦਗੀ ਸਭ ਤੋਂ ਉੱਚੀਆਂ ਤੇ ਸੁੱਚਿਆਂ ਹੁੰਦੀ ਹੈ। ਪਰ ਅੱਜ ਆਪਣੇ ਵੱਲ ਤੱਕੀਏ
खैर प्यारिओ ये चंदू पापी कह रहा मैं तो झूठ नहीं बोलता। हाँ जी दयो अत गमी के दयो अब शादी कहता जा हुण आप जी नूं मैं बहुत दुख देवांगा, जा मेरी धी दा साक कबूल करो ते मैं शादी करावांगा अपनी धी दा। जिस धन को ठानत हंकार जिस पैसे दा तुहानू हंकार है। देखो पापी गुरु अर्जन देव जी महाराज नूं कह रहा कि तुहानू हंकार है। कहता जिस पैसे दा आप जी नूं हंकार है सो सब जपत करो घर बार सारा जिन्ना भी पैसा आ, जिन्ना भी अमृतसर साहब दे अंदर विभूति है, जो भी कपड़ा लत्ता है वो असी लुट के ले जाना है। प्रथम करो तेरो तन घात सब तो पहला आप जी दे शरीर नूं खत्म करांगा। उन गहवाए लेहो तुब तात फिर कहता कि मैं धन गुरु हरगोबिंद साहब नूं फड़ के लियावांगा। इस पापी नूं ये नहीं पता धन गुरु हरगोबिंद साहब जी ने तेरे गल दे विच जंजीरां पा के ते तैनूं घड़ीस घड़ीस के मारना है। ये कह रहा आ कि मैं गुरु हरगोबिंद साहब नूं पकड़ांगा। इनू ये नहीं पता नर चाहत कछ और है कि और है पई चितवत रहियो ठगौर नानक फांसी गल भरी। जेड़ा सारी दुनिया नूं ठगना चाहुंदा है ना, रब फिर ओदे गल दे विच इतनी तेजी नाल फाही पा दिंदे आ, ओनू पता ही नहीं लगता। चंदू कह रहा है, चंदू is saying to Guru Sahib, I will steal everything from Amritsar, I will arrest your son, but he doesn't know Guru Hargobind Sahib Ji Maharaj is going to give Chandu, is going to give him all of the fall for all of the paap that he's done. It is from the hands of Guru Hargobind that Chandu ends up dying, but Chandu is saying now I will arrest धन गुरु हरगोबिंद साहब जी। नाता मन है करो खलासी आप जी नाता मान लो, जे आप जी मान जाओगे तो आप जी नूं जेल विचों छड्डिया जाएगा। नाहे ताहतों काल गुरफासी ते जे नहीं फिर आप जी दे गले दे विच फाही मैं पा देंगा। इनू ये नहीं पता चंदू तू अपने गल दे विच ही ए पापां दीयां जंजीरां पा रहा है। जिम कहे पाठ बिखै ते बारू इस तरह कह के फिर भट्ठ दे विचों जिहड़ा तपदा होया रेता सी ओ मंगाड़ा कीता है। After saying all of these bad words, Chandu goes and tells them to go and get sand which was burning hot red from the inside of an oven। हाँ जी मंगवाइस तेहे करहे निहार निहारू फिर उसने मंगाया ते चंगी तरह ओदे वाल तकदा है उस रेते वाल। तपत करन की आए से दई फिर आज्ञा दी है ये जिहड़ा रेता है तपदा नहीं पिया, इनू लाल करके मेरे को लियाना करो। बहु समदा ऊपर तिस पई फिर ओदे उत्ते बहुत सारियां लकड़ां वालियां ने कि इस रेते दा रंग जिहड़ा ऐन लाल हो जावे सुरख। दे आंच तपत करवायो फिर उसने अग बाल के ना ओनू तत्ता कराया, ओनू होर गर्म भखदा कराया है। अग्न समान तेज प्रवशायो अग दे वांगू ओ लाल हो गया है रेता। That sand which was yellow, he made them burn fires around it even more. Yellow sand has now grown bright red. Imagine when sand is boiling hot, it goes completely red like fire. Kavi Santokh Singh paints a picture in our eyes. Kavi Santokh Singh ji कहते ने अंदरों देखो ओ जेड़ा रेता जेदा रंग पीला सी ना अग वांगू लाल हो गया है। That sand which was once yellow, it is now burning hot red. तपदा होया ए रेता तैयार कीता है पापी ने। एक जेसठ की रुत अत काम कवि संतोख सिंह जी कहते एक तां जेठ दा महीना सी, अत दी उस वेले गर्मी पै रही सी। It was the month of Jeth, the month of June. There was so much heat all around. सारे पासे गर्मी जड़ी फैली हुई सी। महा तपत ते तपहे तमाम दूसरे नंबर ते कहते सारी दुनिया तपदी पई सी उस वेले। लोवा चलहे सही नहीं जाहे कहते तत्ती लो चलदी पई सी ओ सही नहीं सी जांदी। अपने घर तो बाहर तपदे हुए सूरज दोपहर दे सूरज विच खड़ा नहीं सी हो हुंदा। उन पावक को भा बहुदा है कहते दूसरे पासे अग दा जिहड़ा सेक है ओ झलिया नहीं सी जांदा। जिस दिन ते
ਪ੍ਰਭ ਸੇ ਗੁਣ ਖਾਨੀ। ਜਿਸ ਦਿਨ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਚੰਦੂ ਦੀ ਹਵੇਲੀ ਵਿੱਚ ਪ੍ਰਵੇਸ਼ ਹੋਏ, ਅਚਿਓ ਨਾ ਭੋਜਨ ਪੀਓ ਨਾ ਪਾਨੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕੁਝ ਛਕਣ ਵਾਸਤੇ ਨਹੀਂ ਦਿੱਤਾ, ਜਲ ਵੀ ਨਹੀਂ ਪੀਣ ਵਾਸਤੇ ਦਿੱਤਾ ਪਾਪੀਆਂ ਨੇ। ਸਿਕਤਾ ਤਪਤ ਬਿਲੋਕਤ ਬੋਲਾ। ਫਿਰ ਉਸ ਵੇਲੇ ਤਪਦੀ ਹੋਏ ਰੇਤ ਵੱਲ ਤੱਕ ਕੇ ਬੋਲਿਆ ਹੈ, ਮਨੋ ਨਰਕ ਦਰ ਢਾਪਨ ਖੋਲਾ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਚੰਦੂ ਜਿਹੜਾ ਆਪਣੇ ਵਾਸਤੇ ਨਰਕ ਦਾ ਦਰਵਾਜ਼ਾ ਖੋਲ ਰਿਹਾ ਹੈ। ਗੁਰੂ ਸਾਹਿਬ ਨੂੰ ਤਸੀਹੇ ਨਹੀਂ ਦੇ ਰਿਹਾ, ਆਪਣੇ ਵਾਸਤੇ ਨਰਕਾਂ ਦਾ ਦਰਵਾਜ਼ਾ ਖੋਲ ਰਿਹਾ ਹੈ। ਪਾਪੀ, he looks at the burning hot sand. Kavi Santokh Singh says he is not executing the Guru, he is opening up the pathway to hell for himself. ਹਾਂਜੀ, ਲਿਆਵੋ ਵਹਿਰ ਦਿਖਾਏ ਬਿਠਾਵੋ। ਕਹਿੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਹਰ ਲੈ ਆਓ, ਉਹਨਾਂ ਨੂੰ ਦਿਖਾਲਣਾ ਕਰੋ ਕਿ ਇਹ ਰੇਤ ਜਿਹੜੀ ਆ ਇਹਦਾ ਰੰਗ ਲਾਲ ਹੋ ਗਿਆ ਹੈ, ਸੂਹਾ। ਨਹੀਂ ਜੇ ਕਰੇ ਤਰਾਸ ਉਪਜਾਵ। ਜੇ ਨਾ ਕਰਨਗੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਡਰਾਓ ਤੇ ਧਮਕਾਓ। ਆਪਣੇ ਨੌਕਰਾਂ ਨੂੰ ਕਹਿੰਦਾ ਆ, he tells his servants, bring Guru Sahib Ji outside, drag them here, drag them to here where the sand is burning hot red. ਹਾਂਜੀ, ਤਬ ਸਤਗੁਰ ਉਠ ਬਾਹਰ ਆਏ। ਸੱਚੇ ਪਾਤਸ਼ਾਹ ਜੀ ਨੇ ਫਿਰ ਆਖਿਆ, ਚੰਦੂ ਖਬਰਦਾਰ, ਅਸੀਂ ਆਪ ਉੱਠ ਕੇ ਚੱਲਾਂਗੇ। ਮਹਾਰਾਜ ਜੀ puts up their hand. ਸੱਚੇ ਪਾਤਸ਼ਾਹ ਜੀ says, I will not let one of your men touch me, I will walk myself. ਸੱਚੇ ਪਾਤਸ਼ਾਹ ਜੀ ਆਪ ਉੱਠ ਖੜੇ ਹੋਏ, ਮਹਾਰਾਜ ਜੀ ਬਾਹਰ ਆਏ ਹਨ। ਧਰਨੀ ਧਰਨੀ ਧੀਰ ਸਿਖਾਏ। ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧਰਤੀ ਨੂੰ ਵੀ ਧੀਰਜ ਸਿਖਾਲ ਰਹੇ, ਕਹਿ ਰਹੇ ਨੇ, ਧਰਤੀ ਜੇ ਧੀਰਜ ਸਿੱਖਣੀ ਆ ਨਾ, ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਰੀ ਦੁਨੀਆ ਜਿਹੜੀ ਉਹ ਪ੍ਰਮਾਣ ਦਿੰਦੀ ਆ ਧਰਤੀ ਵਾਂਗੂ ਧੀਰਜ ਧਾਰੀ ਉਹ। ਕਵੀ ਸੰਤੋਖ ਸਿੰਘ ਕਹਿੰਦੇ, ਧਰਤੀ ਦੇਖ, ਤੇਰੇ ਤੋਂ ਜ਼ਿਆਦਾ ਜੇ ਕੋਈ ਧੀਰਜ ਵਾਲਾ ਹੈ ਤੇ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਅੰਦਰ ਧੀਰਜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਵੱਲ ਤੱਕ ਕੇ ਕਵੀ ਸੰਤੋਖ ਸਿੰਘ says, oh the earth. In Punjabi literature, if they want to give an example of something that has patience, they say, look at the ground which is underneath all of our feet. But Kavi Santokh Singh says, if you want to learn patience, don't look at the ground. If you want to learn patience, then focus in your mind, look at Dhan Guru Arjan Dev Ji. Dhan Guru Arjan Dev Ji varga koi ਧੀਰਜ ਧਾਰੀ ਨਹੀਂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਧਰਤੀ ਨੂੰ ਵੀ ਸਿਖਾਲ ਰਹੇ ਨੇ ਧੀਰਜ ਧਰਨਾ। ਹਰਖ ਸ਼ੋਕ ਕੋ ਲੇਸ਼ ਨ ਹਿਰਦੇ। ਸੱਚੇ ਪਾਤਸ਼ਾਹ ਜੀ ਦੇ ਅੰਦਰ ਹਰ ਇੱਕ ਸੋਗ ਦਾ ਲੇਸ਼ ਮਾਤਰ ਵੀ ਕੋਈ ਫਰਕ ਨਹੀਂ। ਤਨ ਹੰਤਾ ਉਤਪਤ ਨਹੀਂ ਕਦੇ। ਸੱਚੇ ਪਾਤਸ਼ਾਹ ਜੀ ਦੇ ਅੰਦਰ ਸਰੀਰ ਦੇ ਨਾਲ ਮੋਹ ਕਦੇ ਵੀ ਜਾਗਦਾ ਨਹੀਂ। ਜਸ ਅਵਸਥਾ ਹੋਏ ਬ੍ਰਹਮ ਗਿਆਨੀ। ਜਿਹੜੀ ਬ੍ਰਹਮ ਗਿਆਨੀ ਦੀ ਅਸ਼ਟਪਦੀਆਂ ਤੇ ਸ਼ਲੋਕ ਉਚਾਰਨ ਕੀਤਾ ਹੈ ਸੁਖਮਨੀ ਸਾਹਿਬ ਅੰਦਰ। ਜਗ ਮਹਿ ਜਨ ਜਨਾਏ ਬਿਦਮਾਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੋ ਗੁਰੂ ਕੇ ਸਿੱਖੋ, ਗੁਰਬਾਣੀ ਦੇ ਸਟੀਕਾਂ ਵਿੱਚ ਨਹੀਂ ਕੇਵਲ ਗੁਰਬਾਣੀ ਦੇ ਅਰਥ ਲਿਖੇ ਜਾਂਦੇ। ਲਾਹੌਰ ਦੀ ਧਰਤੀ ਤੇ ਤਪਦੇ ਹੋਏ ਸਿਖਰ ਤੇ ਚੜੇ ਹੋਏ ਸੂਰਜ ਦੀ ਰੋਸ਼ਨੀ ਥੱਲੇ ਚੰਦੂ ਦੀ ਹਵੇਲੀ ਵਿੱਚ ਅਡੋਲ ਚਿੱਤ ਬੈਠ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਪਦੇ ਹੋਏ ਰੇਤੇ ਉੱਤੇ ਬਹਾੜ ਕੇ ਤੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਦੀ ਪੌੜੀ ਦੇ ਅਰਥ ਕਰਦੇ ਪਏ। ਮਹਾਰਾਜ ਸੱਚੇ ਪਾਤਸ਼ਾਹ ਜੀ ਅਰਥ ਕਰਦੇ ਪਏ ਨਾ ਕਿ ਜਿਹਨੂੰ ਹਰ ਇੱਕ ਸੋਗ ਤੋਂ ਜਿਹੜਾ ਨਿਆਰਾ ਆ, ਦੁੱਖ ਸੁੱਖ ਤੋਂ ਜਿਹੜਾ ਨਿਆਰਾ ਆ, ਬ੍ਰਹਮ ਗਿਆਨੀ ਵਾਲੀ ਪੌੜੀ ਦੇ ਅਰਥ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੇ ਅਰਥ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਰਦੇ ਪਏ ਹਨ। ਭੁੱਖ ਨਾ ਪਿਆਸ ਨਾ ਮੁਖ ਮੁਰਝਾਇਆ। ਨਾ ਭੁੱਖ ਕਰਕੇ ਨਾ ਪਿਆਸ ਕਰਕੇ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਮੁਰਝਾਇਆ ਹੈ। ਮਨ ਕੀ ਬ੍ਰਿਤ ਇੱਕ ਰਸ ਸੁਖ ਪਾਇਆ। ਮਨ ਦੀ ਬਿਰਤੀ ਜਿਹੜੀ ਆ ਉਹ ਏਕ ਓੰਕਾਰ ਸਤਨਾਮ ਵਿੱਚ ਟਿਕਾਈ ਰੱਖੀ ਹੈ। ਆਓ ਪਿਆਰਿਓ, ਇਹ ਜੋ ਕੱਲ ਦਾ ਪ੍ਰਸੰਗ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਜੇ ਖੜੇ ਹੋਏ ਨੇ, ਸਾਹਮਣੇ ਤਪਦੀ ਹੋਈ ਰੇਤ ਜਿਹੜੀ ਆ ਉਹ ਲਾਲ ਹੈ ਅੱਗ ਵਾਂਗੂ। ਕੱਲ ਦੇ ਦੀਵਾਨ ਵਿੱਚ ਧੀਰਜ ਧਾਰੀ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਤਪਦੇ ਹੋਏ ਲਾਲ ਰੇਤੇ ਉੱਤੇ ਚੌਂਕੜਾ ਮਾਰਨਾ ਹੈ। ਇਹ ਪਰਸੋਂ ਦੇ ਦੀਵਾਨ ਵਿੱਚ ਅਸੀਂ ਸੁਣਿਆ ਕਿ ਤਪਦੀ ਹੋਈ ਧੁੱਪ ਵਿੱਚ ਬਾਹਰ ਬੈਠੇ ਨੇ। ਕੱਲ ਦੇ ਦੀਵਾਨ ਵਿੱਚ ਅਸੀਂ ਸੁਣਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਬਲਦੀ ਹੋਈ ਦੇਗ ਵਿੱਚ ਉਬਾਲੇ ਖਾਂਦੇ ਨੇ। ਕੱਲ ਦੇ ਦੀਵਾਨ ਵਿੱਚ ਇਹ ਅਗਲਾ ਤਸੀਹਾ ਜੋ ਚੰਦੂ ਪਾਪੀ ਨੇ ਦਿੱਤਾ ਹੈ
ਉਹ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਆਪਾਂ ਸਰਵਣ ਕਰਨਾ ਕਰਾਂਗੇ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ, ਗੁਰੂ ਕੀ ਸਾਧ ਸੰਗਤ। ਇਸੇ ਤਰ੍ਹਾਂ ਸਮੇਂ ਸਿਰ ਆਣ ਕੇ ਸ਼ਹੀਦੀ ਦੇ ਦਿਨ ਚੱਲਦੇ ਪਏ ਆ, ਤੇ ਮੈਂ ਬੇਨਤੀ ਕਰਾਂ ਸ਼ਹੀਦੀ ਦੇ ਦਿਨਾਂ ਵਿੱਚ ਸ਼ਹੀਦਾਂ ਨੂੰ ਹੀ ਯਾਦ ਕਰਨਾ ਬਣਦਾ ਹੈ। ਸਾਡੇ ਬੱਚਿਆਂ ਨੂੰ ਇਹ ਤਾਂ ਜ਼ਰੂਰ ਪਤਾ ਆ ਕਿ ਈਸਟਰ ਕਦੋਂ ਆ, ਕ੍ਰਿਸਮਸ ਡੇ ਕਦੋਂ ਆ। 100 ਸਿੱਖਾਂ ਦੇ ਨਿਆਣਿਆਂ ਨੂੰ ਪੁੱਛੋ, ਮੇਰਾ ਖਿਆਲ 99 ਬੱਚੇ ਦੱਸ ਦੇਣਗੇ ਕਿ ਕ੍ਰਿਸਮਸ ਫਲਾਣੇ ਦਿਨ ਆ। ਤੇ ਜੇ ਉਹਨਾਂ ਨੂੰ ਪੁੱਛੋ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਦੋਂ ਆ, ਮੇਰਾ ਖਿਆਲ ਬਹੁਤ ਘੱਟ ਹੋਣਗੇ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਇਹ ਗੱਲ ਪਤਾ ਹੋਵੇ। ਇਹ ਮੈਂ ਬੇਨਤੀ ਕਰਾਂ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਗੋਰਿਆਂ ਦੇ ਤਿਉਹਾਰ ਨਾ ਮਨਾਓ, ਮਨਾਉਣਾ ਤਾਂ ਮਨਾਓ ਜ਼ਰੂਰ, ਇਹ ਸੰਕੀਰਨਤਾ ਨਹੀਂ, ਪਰ ਇੱਕ ਕੰਮ ਕਰੋ, ਆਪਣੇ ਸ਼ਹੀਦੀ ਵਾਲੇ ਦਿਨਾਂ ਨੂੰ ਭੁਲਾ ਨਹੀਂ ਦੇਣਾ। ਇਹ ਜਿੱਦਣ ਸ਼ਹੀਦੀਆਂ ਹੋਈਆਂ ਧੰਨ ਗੁਰੂ ਅਰਜਨ ਦੇਵ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਇਹਨਾਂ ਦੀਆਂ ਸ਼ਹੀਦੀਆਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਇਸ ਪੱਛਮੀ ਸੱਭਿਅਤਾ ਨੇ ਸਾਨੂੰ ਖਾ ਚੁੱਕਾ ਆ। ਪਿਆਰਿਓ, ਬੇਨਤੀ ਹੈ ਇਹਨਾਂ ਦਿਨਾਂ ਦੇ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦਾ ਸਿਮਰਨ ਕਰੀਏ, ਪਰਿਵਾਰਾਂ ਵਿੱਚ ਰਲ ਮਿਲ ਕੇ। ਇਨ ਥੀਸ ਡੇਜ਼ ਵੀ ਸ਼ੁੱਡ ਬੀ ਰਿਮੈਂਬਰਿੰਗ ਸੱਚੇ ਪਾਤਸ਼ਾਹ ਜੀਓ। ਆਓ ਪਿਆਰਿਓ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ, ਫਿਰ ਸਮਾਪਤੀ ਦਾ ਸ਼ਬਦ ਪੜ੍ਹਦੇ ਹਾਂ ਜੀ। ਭੂਖ ਨਾ ਪਿਆਸ ਨਾ ਮੁਖ ਮੁਰਝਾਇਆ, ਮਨ ਕੀ ਬ੍ਰਿਤ ਇੱਕ ਰਸ ਸੁਖ ਪਾਇਆ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे सम्राट अगम पूरन मोहि मैं आतार। अंधकूप मापयान नानक पार उतार। आए प्रभ शरणागति कृपा निध दयाल। एक अखर हर मन बस्त नानक होत निहाल। कथा निता व्रत होत है सुन हो सिंह सुजान। नानक गुरु गोविंद सिंह जी सदा करत कल्याण। नानक गुरु गोविंद सिंह जी सदा करत कल्याण। फतेह बुलाउण तो पहला दो बेनतियां ने। साध संगत काल की कथा का टाइम 7 ਤੋਂ 8 होगा, परसों भी यही टाइम होगा। आप जी रोजाना कथा सरवण करते हो। आप जी अगे बेनती है समय सिर पहुँचने की कृपालता करनी। नाल नाल आप जी अगे सनिमर बेनती है, कल दे दीवान कथा तो बाद 8 वजे कमरा जिहड़ा 104 है ਉਹਦੇ ਵਿੱਚ तकरीबन 8:15 ਤੋਂ ਲੈ ਕੇ 9 ਵਜੇ तक ਬੱਚਿਆਂ ਵਾਸਤੇ ਇੱਕ ਵਰਕਸ਼ਾਪ ਕੀਤੀ ਜਾਣੀ ਹੈ, ਜਿਹਦੇ ਵਿੱਚ 8 ਸਾਲ ਤੋਂ ਵੱਡੇ ਜਿਹੜੇ ਬੱਚੇ ਆ ਉਹਨਾਂ ਨੂੰ ਉਹ ਉਸ ਵਰਕਸ਼ਾਪ ਦੇ ਵਿੱਚ ਗੁਰਮਤਿ ਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ ਦਿੱਤੀ ਜਾਵੇਗੀ। ਆਪ ਜੀ ਕਿਰਪਾ ਕਰੋ, ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਪ ਵੀ ਆਉਣਾ ਕਰੋ। ਆਪ ਵੀ ਬੱਚਿਆਂ ਕੋਲ ਬੈਠ ਸਕਦੇ ਹੋ ਉਸ ਵਰਕਸ਼ਾਪ ਦੇ ਵਿੱਚ। ਕੱਲ ਨੂੰ ਤੇ ਪਰਸੋਂ ਫਰਾਈਡੇ ਤੇ ਸੈਟਰਡੇ ਇਹ ਕਥਾ ਜਿਹੜੀ ਆ 7 ਤੋਂ 8 ਹੋਏਗੀ। ਉਸ ਤੋਂ ਉਪਰੰਤ 8:15 ਤੋਂ ਲੈ ਕੇ 9 ਵਜੇ ਤੱਕ ਬੱਚਿਆਂ ਦਾ ਵਰਕਸ਼ਾਪ ਜਿਹੜਾ ਆ ਉਹ 104 ਨੰਬਰ ਕਮਰੇ ਵਿੱਚ ਹੋਵੇਗਾ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਫਰੀ ਮੋੜ ਦੀ ਸਾਧ ਸੰਗਤ ਭਾਵੇਂ ਬੈਰਾਗਮਈ ਇਤਿਹਾਸ ਚੱਲਦਾ ਪਿਆ ਆ, ਪਰ ਆਪ ਜੀ ਨੂੰ ਇਸ ਗੱਲ ਦੀ ਮੈਂ ਆਪਣੇ ਦਿਲੋਂ ਇਹ ਖੁਸ਼ੀ ਪ੍ਰਗਟ ਕਰਦਾ ਹਾਂ। ਆਪ ਜੀ ਦੇ ਫਰੀ ਮੋੜ ਦੇ ਇਹ ਬੱਚੇ ਜਿਹੜੇ ਆ ਇਹਨਾਂ ਕੰਟਰੀਆਂ ਵਿੱਚ ਜਿਹੜੇ ਜੰਮੇ ਪਲੇ ਆ, ਉਹ ਆਪ ਮੈਨੂੰ ਕਹਿ ਕੇ ਤੇ ਸੂਰਜ ਪ੍ਰਕਾਸ਼ ਦਾ ਪਾਠ ਕਰਦੇ। ਸੂਰਜ ਪ੍ਰਕਾਸ਼ ਦਾ ਪਾਠ ਕਰਨਾ ਕੋਈ ਸੌਖੀ ਗੱਲ ਨਹੀਂ, ਇਹ ਬੜੀ ਔਖੀ लंगर इन्हां ने लाने आ, गुरुद्वारे इन्हां ने चलाने आ। इस करके ये एक खुशी की गल है कि गुरु अर्जन देव जी के प्यार में आन के ये बच्चे ते बच्चियां आप
इस इतिहास ਦੇ ਨਾਲ ਜੁੜ ਰਹੇ ਨੇ। ਸੋ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾ ਨਾ ਚਿਤਾਰਿਓ। ਸਾਰੀ ਸੰਗਤ ਅਸੀਸ ਬਖਸ਼ਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਨਮਸਕਾਰ ਕਰਦਿਆਂ ਹੋਇਆ ਸਾਰੀ ਸੰਗਤ ਫਤਿਹ ਬੁਲਾਓ। ਗੱਜ ਕੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।